ਮੈਨੂੰ ਆਪਣੇ ਆਪ ਨੂੰ ਇਹ ਲੱਗਣ ਲੱਗ ਪਿਆ ਸੀਗਾ ਕਿ ਨਹੀਂ ਯਾਰ ਸ਼ੀਸ਼ੇ ਦੇ ਖੜਾ ਹੁੰਦਾ ਸੀ ਅੱਗੇ ਕਿ ਨਹੀਂ ਨਾਓ ਆਈ ਹੈਵ ਟੂ ਟਾਈ ਦਾ ਟਰਬਨ ਹੈ ਸੱਚੇ ਪਾਤਸ਼ਾਹ ਦੀ ਕਿਰਪਾ ਅਦਰਵਾਈਜ਼ ਮੈਂ ਪੱਗ ਬੰਨ ਨਹੀਂ ਸਕਦਾ ਸੀਗਾ। ਤੇ ਅੰਮ੍ਰਿਤਾ ਵਰਿੰਗ ਤੁਹਾਡੀ ਵਾਈਫ ਦਾ ਕੀ ਰਿਐਕਸ਼ਨ ਸੀਗਾ? ਮੇਰੀ ਡਾਟਰ ਮੈਨੂੰ ਰੋਜ਼ ਦੱਸਦੀ ਹੈ ਕਿ ਅੱਜ ਪੱਗ ਠੀਕ ਲੱਗਦੀ ਹੈ, ਅੱਜ ਪੱਗ ਠੀਕ ਨਹੀਂ ਲੱਗਦੀ। ਕੁਝ ਡਿਫਰੈਂਟ ਆਪਣੇ ਅੰਦਰ ਕੁਝ ਅਲੱਗ ਮਹਿਸੂਸ ਹੋ ਰਿਹਾ? ਇਸ ਸਾਲ ਤੁਹਾਨੂੰ ਕਾਂਗਰਸ ਦੀ ਜ਼ਿੰਮੇਵਾਰੀ ਪ੍ਰਧਾਨ ਬਣਾਇਆ ਹੈਗਾ, ਉਹ ਕਿੱਦਾਂ ਚੱਲ ਰਹੀ ਹੈ? ਉਹ ਵੀ ਆਪੇ ਸਾਂਭ ਲਈ ਕਿ ਹੁਣ ਥੋੜੀ ਮਦਦ ਲੈਣੀ ਪੈਂਦੀ ਹੈ? ਤਾਂ ਮੈਨੂੰ ਕਿਤੇ ਲੱਗ ਨਹੀਂ ਰਿਹਾ ਕਿ somebody is against me and ਕੋਈ ਮੇਰੀ ਅੱਖਰ ਨਹੀਂ ਲੱਗਣਾ ਚਾਹੁੰਦਾ। ਮੈਨੂੰ ਕਈ ਵਾਰ ਲੱਗਦਾ ਹੈ ਕਿ ਸ਼ਹਿਜ਼ਾਦਾ ਐਕਚੁਅਲੀ ਰਾਹੁਲ ਗਾਂਧੀ ਨਹੀਂ ਹੈ, ਸਾਰੀ ਕਾਂਗਰਸ ਮੈਂ ਸ਼ਹਿਜ਼ਾਦਿਆਂ ਨਾਲ ਭਰੀ ਹੋਈ ਹੈ। ਮੈਨੂੰ ਪਤਾ ਹੈ ਮੀਡੀਆ ਵਾਲੇ ਲੋਕ ਸਾਥੀ ਸਾਨੂੰ ਆ ਕੇ ਕਹਿੰਦੇ ਕਰੋ ਕੁਝ, ਸਾਨੂੰ ਇੱਦਾਂ ਫੜਿਆ ਹੋਇਆ। ਨਵੀਂ ਜੰਗ ਸ਼ੁਰੂ ਹੁੰਦੀ ਹੈ 26 ਜਨਵਰੀ ਨੂੰ, ਜਦ ਨਵਜੋਤ ਸਿੰਘ ਸਿੱਧੂ ਬਾਹਰ 26 ਜਨਵਰੀ ਨੂੰ ਕੋਈ ਦੁਬਾਰੇ ਵਾਰ ਲੱਗਣੀ। ਨਵਜੋਤ ਸਿੰਘ ਸਿੱਧੂ ਬਾਹਰ ਆ ਰਹੇ ਨੇ, ਪੱਪੂ ਦਾ ਤਾਂ ਉਹਨਾਂ ਨੇ ਬਿਲਕੁਲ ਉਤਾਰਤਾ ਆਪਣੇ ਉੱਤੋਂ ਟੈਗ। ਰਾਹੁਲ ਗਾਂਧੀ ਇਜ਼ ਅ ਵਨ ਮੈਨ ਜਿਹੜਾ ਕਿ ਬੀਜੇਪੀ ਦੇ ਸਾਹਮਣੇ ਹੈ, ਸਟੈਂਡ ਕਰਕੇ ਬਿਲਕੁਲ ਇਦਾਂ ਖੜਾ, ਅਦਰਵਾਈਜ਼ ਆਲ ਸਾਰਿਆਂ ਨੂੰ ਉਹਨਾਂ ਨੇ ਚੁਕਾਇਆ। ਟੀ-ਸ਼ਰਟ ਦੇ ਅੰਦਰ ਕੋਈ ਹੀਟਰਸ ਲਾਏ ਹੋਏ? आई डोंट थिंक सो। नहीं, दिमाग चीटर है। नहीं, ये सब मैं यूं करता हूँ, बीजेपी के कार्यालय पे लोग खड़े होते हैं तो वो यूं कर लेते हैं, फिर मैं उनको यूं करता। ये लोग कह रहे हैं कि इट्स अ पैकेज टू द चैनल्स नाउ। कहते एक पैकेज ਦਿੱਤਾ ਵੀ ਹੈ। नहीं मैं इट्स अ ਮੈਨੂੰ ਤਾਂ ਕੋਈ ਆਫਰ ਨਹੀਂ ਕੀਤਾ, ਨਾ ਕਦੀ ਕਾਂਗਰਸ ਨੇ ਕੀਤਾ, ਨਾ ਕਦੀ ਕਿਸੇ ਹੋਰ ਨੇ ਕੀਤਾ। ਨਹੀਂ, ਤੁਹਾਨੂੰ ਤਾਂ ਤੁਹਾਡੇ ਹਾਲਾਤ ਤਾਂ ਲੱਗਦੇ ਨਹੀਂ, ਮੈਨੂੰ ਵੀ ਤੁਹਾਨੂੰ ਕੀਤਾ ਹੋਣਾ ਕਿਸੇ ਨੇ। ਚਾਹੇ ਉਹ ਮਾਝੇ ਦੀ ਸੀ, ਚਾਹੇ ਮਾਲਵੇ ਦੀ ਸੀ, ਚਾਹੇ ਦੁਆਬੇ ਦੀ ਸੀ, ਉਹਨਾਂ ਨੇ ਵੀ ਸਰੈਂਡਰ ਕਰਤਾ ਇਨ ਫਰੰਟ ਆਫ ਵੱਡੇ ਵੱਡੇ ਲੋਕ। ਪੈਰੀਆਂ ਥਲਾਉਣ ਲੱਗ ਪਏ ਸੁਖਬੀਰ ਸਿੰਘ ਬਾਦਲ ਦੇ। ਹੀ ਫੀਲਸ ਦੈਟ ਆਈ ਨੋ, ਜੋ ਮੈਨੂੰ ਪਤਾ ਉਹ ਕਿਸੇ ਨੂੰ ਜਾਣਕਾਰੀ ਨਹੀਂ। ਅੱਜ ਅਕਾਲੀ ਦਲ ਖਤਮ ਹੋ ਗਿਆ। ਅੱਜ ਕੱਲ ਹਰ ਚੀਜ਼ ਐਡਵਰਟਾਈਜ਼ਮੈਂਟ ਤੇ ਚੱਲਦੀ ਹੈ, ਭਾਜਪਾ ਐਡਵਰਟਾਈਜ਼ ਕਰਦੀ ਹੈ। ਇਹ ਤੁਹਾਡੀ ਕਮਜ਼ੋਰੀ ਹੈ ਕਿ ਉਹਨਾਂ ਦੀ ਖਾਮੀ ਹੈ? ਸਾਬਕਾ ਚੰਨੀ ਜੀ ਨਾਲ ਕੋਈ ਨਾਰਾਜ਼ਗੀ ਹੈ? ਸਾਬਕਾ ਮੁੱਖ ਮੰਤਰੀ ਚੰਨੀ ਸੀ, ਕਾਲੀ ਮੁੱਖ ਮੰਤਰੀ ਚੰਨੀ ਮੇਰੇ ਆਫਿਸ ਆ ਕੇ ਗਏ, ਅਸੀਂ ਇਕੱਠੇ ਬੈਠੇ ਰਹੇ ਚਾਹ ਪੀ। ਆਈ ਡੋਂਟ ਥਿੰਕ ਸੋ ਕਿ ਚੀਫ ਮਿਨਿਸਟਰ ਇਸ ਗੱਲ ਨਾਲ ਕਿਤੇ ਕੋਈ ਡੀਲ ਕਰਦਾ ਹੈ ਕਿ ਇਹ 60 ਲੱਖ ਦਾ ਬਿੱਲ ਕਿਵੇਂ ਬਣਿਆ, ਕਿੱਦਾਂ ਬਣਿਆ, ਕਿਹਨੂੰ ਖਾਣਾ ਖਵਾਇਆ। ਪਰ ਇਹ ਇਲਜ਼ਾਮ ਤਾਂ ਪੰਜਾਬ ਵੱਲੋਂ ਲੱਗੀ, ਤੁਸੀਂ ਹਮੇਸ਼ਾ ਫੋਕਸ ਅਰਵਿੰਦ ਕੇਜਰੀਵਾਲ ਤੇ ਜਵਾਬ ਕਿਉਂ ਦਿੰਦੇ ਹੈਗੇ? ਸਾਰਾ ਕੁਝ ਹੀ ਤਾਂ ਉੱਥੋਂ ਟਰਨ ਹੋ ਰਿਹਾ। ਆਰ ਯੂ ਸੇਇੰਗ ਕਿ ਭਗਵੰਤ ਮਾਨ ਸੀਐਮ ਨਹੀਂ ਹੈ? ਪੰਜਾਬ ਨੇ ਆਈ ਨੋ ਕਿ ਅਮਰਿੰਦਰ ਸਿੰਘ ਨੂੰ ਰਾਹੁਲ ਗਾਂਧੀ ਜੀ ਨਹੀਂ ਚਾਹੁੰਦੇ ਸੀ, ਬਟ ਜਦੋਂ ਸਾਰਿਆਂ ਨੇ ਕਿਹਾ ਕਿ ਵੀ ਵਾਂਟ ਅਮਰਿੰਦਰ ਸਿੰਘ, ਇਟਸ ਓਕੇ। ਬੱਚੇ ਕਈ ਚੀਜ਼ ਮੰਗ ਲੈਂਦੇ ਹੈਗੇ ਪਰ ਉਹ ਠੀਕ ਨਹੀਂ ਹੁੰਦੀ, ਤੁਹਾਨੂੰ ਪਤਾ ਹੋਣਾ ਚਾਹੀਦਾ ਇਹ ਠੀਕ ਨਹੀਂ ਹੈ, ਉਹ ਸ਼ਾਇਦ ਥੋੜਾ ਸਟ੍ਰਿਕਨੈਸ ਚਾਹੀਦੀ ਹੈਗੀ। ਰਾਹੁਲ ਗਾਂਧੀ 'ਚ ਗੱਲ ਫੜਨ ਦੀ ਕੋਈ ਕਮੀ ਨਹੀਂ ਹੈ, ਐਸੀ ਕੋਈ ਚੀਜ਼ ਨਹੀਂ ਹੈ ਜਿਹੜੀ ਉਹਨਾਂ ਨੂੰ ਪਤਾ ਨਹੀਂ। ਹੁਣ ਉਹਨਾਂ ਨੂੰ ਪਤਾ ਹੈ ਕਿ ਰਾਜਸਥਾਨ ਕੀ ਹੋ ਰਿਹਾ ਹੈ। ਨਵਾਂ ਸਾਲ ਚੜ੍ਹਦੇ ਅਸੀਂ ਆਪਣੇ ਵਿਰੋਧੀ ਧਿਰ ਦੇ ਜਿਹੜੇ ਆਗੂ ਨੇ ਅਜਬ ਵੜਿੰਗ ਦਾ ਇੱਕ ਨਵਾਂ ਰੂਪ ਦੇਖਿਆ, ਤਾਂ ਅੱਜ ਅਸੀਂ ਉਹਨਾਂ ਨਾਲ ਬੈਠੇ ਹਾਂ ਸਮਝਣ ਵਾਸਤੇ ਕਿ ਨਵਾਂ ਰੂਪ ਕਿਸ ਤਰ੍ਹਾਂ ਚੜ੍ਹਿਆ, ਜਿਹੜੀ ਭਾਰਤ ਜੋੜੋ ਯਾਤਰਾ ਪੰਜਾਬ ਵਿੱਚ ਐਂਟਰ ਕਰਨ ਵਾਲੀ ਹੈ, ਉਹਦੀ ਦਿਸ਼ਾ ਕੀ ਕਾਂਗਰਸ ਨੂੰ ਵੀ ਜੋੜੇਗੀ ਕਿ ਸਿਰਫ ਭਾਰਤ ਹੀ ਰਾਹੁਲ ਗਾਂਧੀ ਦੇ ਪਿੱਛੇ ਲੱਗਾ ਰਹੇਗਾ? ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਧੰਨਵਾਦ ਨਿਮਰਤ ਜੀ। ਸੋ ਇਹ ਨਵਾਂ ਰੂਪ ਕਿੱਦਾਂ ਚੜ੍ਹ ਕੇ ਆਇਆ? ਮੈਨੂੰ ਸਭ ਤੋਂ ਪਹਿਲਾਂ ਕਿਉਰਿਓਸਿਟੀ ਇਸ ਗੱਲ ਦੀ ਹੋ ਰਹੀ ਹੈ। ਵੈਸੇ ਤਾਂ ਨਿਮਰਤ ਜੀ ਮੈਂ ਪਿਛਲੇ 2-3 ਸਾਲਾਂ ਤੋਂ ਇਹ ਸੋਚ ਰਿਹਾ ਸੀ ਕਿ ਕਿਉਂਕਿ ਮੈਨੂੰ ਆਪਣੇ ਆਪ ਨੂੰ ਇਹ ਲੱਗਣ ਲੱਗ ਪਿਆ ਸੀਗਾ ਕਿ ਨਹੀਂ ਯਾਰ ਜਦੋਂ ਸ਼ੀਸ਼ੇ ਦੇ ਖੜਾ ਹੁੰਦਾ ਸੀ ਅੱਗੇ ਕਿ ਨਹੀਂ ਨਾਓ ਆਈ ਹੈਵ ਟੂ ਟਾਈ ਦਾ ਟਰਬਨ। ਕਈ ਵਾਰੀ ਲੋਕਾਂ ਨੇ ਵੀ ਕਿਹਾ ਕਿ ਤੁਹਾਨੂੰ ਪੱਗ ਬੰਨ੍ਹਣੀ ਚਾਹੀਦੀ ਹੈ, ਬਟ ਤੁਸੀਂ ਦੇਖਿਆ ਹੋਣਾ ਕਿ 3 ਵਾਰ ਬਿਨਾਂ ਪੱਗ ਤੋਂ ਇਲੈਕਸ਼ਨ ਲੜਿਆ। ਸੋ ਮੈਨੂੰ ਲੱਗਦਾ ਹੈ ਕਿ ਸੱਚੇ ਪਾਤਸ਼ਾਹ ਦੀ ਕਿਰਪਾ, ਅਦਰਵਾਈਜ਼ ਇਟਸ ਅ ਡਿਫਿਕਲਟ ਜੌਬ ਟਾਈਂਗ ਅ ਟਰਬਨ। ਕਈ ਵਾਰੀ ਤੁਹਾਨੂੰ ਘਰੇ ਵੀ ਬੱਚੇ ਦੇਖਦੇ ਕਿ ਅੱਜ ਪਾਪਾ ਇਹ ਪੱਗ ਵਾਲਾ ਕਿੱਧਰੋਂ ਕੰਮ, ਪੱਗ ਵਾਲਾ ਭਾਈ ਕੌਣ ਹੈ? ਸੋ ਸੱਚ ਤਾਂ ਇਹ ਹੈ ਕਿ ਅੰਦਰੋਂ ਮੈਨੂੰ ਲੱਗਿਆ ਕਿ ਨਹੀਂ ਹੁਣ ਜ਼ਰੂਰਤ ਹੈ, ਹੁਣ ਪੱਗ ਮੈਨੂੰ ਬੰਨ੍ਹਣੀ ਚਾਹੀਦੀ ਹੈ। ਇਹ ਨਵੀਂ ਜਨਰੇਸ਼ਨ ਲਈ ਹੁੰਦਾ ਨਾ, ਜਿਵੇਂ ਪਹਿਲੇ ਹੁੰਦੇ ਸੀ ਕਿ ਤੁਸੀਂ ਜਨਮ ਤੋਂ ਸਿੱਖੋ, ਬਰਥ ਤੋਂ ਸਿੱਖੋ, ਪਰ ਇਹ ਇੱਕ ਚੋਇਸ ਹੈ ਕਿ ਹਾਂ ਮੈਂ ਚੁਣਿਆ ਹੁਣ। ਹਾਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆਈ, ਨਾ ਹੀ ਮੈਨੂੰ ਕਦੇ ਕਿਸੇ ਨੇ ਪਰਿਵਾਰ ਦੇ ਵਿੱਚੋਂ ਕਿਸੇ ਨੇ ਕਦੇ ਕਿਹਾ, ਮਜਬੂਰ ਕੀਤਾ। ਲੇਕਿਨ ਮੈਨੂੰ ਆਪਣੇ ਆਪ ਨੂੰ ਹੀ, ਹਾਲਾਂਕਿ ਬਹੁਤ ਸਾਰੇ ਲੋਕ ਮੈਨੂੰ ਇਹ ਵੀ ਇਹਦੇ 'ਤੇ ਕਮੈਂਟ ਕਰਦੇ ਕਿ ਯਾਰ ਪਹਿਲਾਂ ਵੀ ਬਹੁਤ ਠੀਕ ਲੱਗਦਾ ਸੀਗਾ, ਹੁਣ ਮੈਨੂੰ ਆਪਣੇ ਆਪ ਹੀ ਪੱਗ ਦੇ ਬਾਰੇ ਮਨ ਦੇ ਵਿੱਚ ਵਿਚਾਰ ਆਇਆ ਕਿ ਨਹੀਂ ਮੈਨੂੰ ਪੱਗ ਬੰਨ੍ਹਣੀ ਚਾਹੀਦੀ ਹੈ। ਦਿਸ ਇਜ਼ ਦ ਰਾਈਟ ਟਾਈਮ। ਐਂਡ ਹਮੇਸ਼ਾ ਇੱਕ ਪੰਜਾਬੀਅਤ ਦਾ ਸਬੂਤ ਵੀ ਹੈ ਪੱਗ, ਕਿ ਬੇਸ਼ੱਕ ਅਸੀਂ ਸਾਰੇ ਪੰਜਾਬੀ ਹਾਂ, ਉਵੇਂ ਸਿੱਖੀ ਨੂੰ ਮੰਨਦੇ ਸੀ, ਉਵੇਂ ਸਾਡੇ ਗੁਰੂਆਂ ਨੂੰ ਮੰਨਦੇ ਸੀ, ਪਾਠ ਕਰਦੇ ਸੀ, ਲੇਕਿਨ ਜਿੱਥੇ ਪੱਗ ਵਾਲਾ ਖੜਾ ਹੋਵੇ ਤਾਂ ਫਿਰ ਉੱਥੇ ਪੰਜਾਬੀਅਤ ਆ ਜਾਂਦੀ ਹੈ। ਔਰ ਅੱਜ ਪੰਜਾਬ ਦੇ ਵਿੱਚ ਇਹ ਥੋੜ੍ਹਾ ਜਿਹਾ ਤਕੜੇ ਹੋ ਕੇ ਉਸ ਪੰਜਾਬੀਅਤ ਨੂੰ
ਦਿਖਾਉਣ ਦੀ ਲੋੜ ਹੈ ਔਰ ਖੜਾ ਹੋਣ ਦੀ ਲੋੜ ਹੈ, ਕਿਉਂਕਿ ਮੈਂ ਹੁਣ ਜਿਹੜਾ ਹੁਣ ਸਿਸਟਮ ਚੱਲ ਰਿਹਾ ਉਹਦੇ 'ਚ ਵੀ ਇਹ ਦੇਖ ਰਿਹਾ ਕਿ ਹਮੇਸ਼ਾ ਇਹ ਹੋਇਆ ਕਿ ਪੰਜਾਬੀਆਂ ਨੇ ਦਿੱਲੀ ਤੇ ਰਾਜ ਕੀਤਾ। ਪਹਿਲੀ ਵਾਰੀ ਇੱਦਾਂ ਲੱਗ ਰਿਹਾ ਕਿ ਦਿੱਲੀ ਦੇ ਲੋਕ ਜਿਹੜੇ ਉਹ ਪੰਜਾਬ ਤੇ ਜਾਂ ਪੰਜਾਬੀਅਤ ਤੇ ਰਾਜ ਕਰਨਾ ਚਾਹੁੰਦੇ ਹੈ। ਸੋ ਇਹੋ ਜਿਹੀਆਂ ਮਨ ਦੇ ਵਿੱਚ ਵੀ ਕਦੇ ਕਦੇ ਥੋੜ੍ਹੇ ਖਿਆਲ ਆਉਂਦੇ ਸੀ, ਲੇਕਿਨ ਹੈ ਸੱਚੇ ਪਾਤਸ਼ਾਹ ਦੀ ਕਿਰਪਾ, ਅਦਰਵਾਈਜ਼ ਮੈਂ ਪੱਗ ਬੰਨ੍ਹ ਨਹੀਂ ਸਕਦਾ ਸੀਗਾ। ਕੁਝ ਡਿਫਰੈਂਟ ਆਪਣੇ ਅੰਦਰ ਕੁਝ ਅਲੱਗ ਮਹਿਸੂਸ ਹੋ ਰਿਹਾ? ਨਹੀਂ, ਆਪਦੇ ਆਪ ਨੂੰ ਮੈਨੂੰ ਇਹ ਮਹਿਸੂਸ ਹੋ ਰਿਹਾ ਕਿ ਜ਼ਿਆਦਾ ਜ਼ਿੰਮੇਵਾਰੀਆਂ ਵੱਧ ਗਈਆਂ ਪੱਗ ਬੰਨ੍ਹ ਕੇ। ਆਪਦੇ ਮਨ ਦੇ ਵਿੱਚ ਸਿੰਸੈਰਿਟੀ ਬਹੁਤ ਆਈ ਹੈ। ਪੱਗ ਨਾਲ ਕੋਈ ਨਾ ਕੋਈ ਫਰਕ ਤਾਂ ਜ਼ਰੂਰ ਪੈਂਦਾ ਹੈ। ਹਾਂ, 100% ਸਮਥਿੰਗ ਇਜ਼ ਦੇਅਰ ਕਿ ਤੁਹਾਨੂੰ ਆਪਦੇ ਆਪ ਨੂੰ ਇਹ ਲੱਗਦਾ ਕਿ ਨਹੀਂ, ਮੈਂ ਹੁਣ ਜ਼ਿੰਮੇਦਾਰ ਵਿਅਕਤੀ ਹਾਂ। ਜਿਵੇਂ ਕਿ ਹਾਲਾਂਕਿ ਮੇਰੇ ਕੋਈ ਐਸੀ ਗੱਲ ਹੋਈ ਨਹੀਂ ਕਿ ਤੁਹਾਨੂੰ ਲੱਗਦਾ ਕਿ ਤੁਹਾਡੇ ਤੇ ਬੋਝ ਹੈਗਾ, ਕੋਈ ਤੁਹਾਡੇ ਤੇ ਫਿਕਰ ਹੈਗਾ, ਥੋੜੀ ਕੋਈ ਰਾਖੀ ਕਰ ਰਿਹਾ ਜਾਂ ਤੁਹਾਨੂੰ ਕੋਈ ਵੇਖ ਰਿਹਾ। ਸੋ ਇਸ ਤਰ੍ਹਾਂ ਦੀ ਭਾਵਨਾ ਜ਼ਰੂਰ ਪੱਗ ਬੰਨ੍ਹ ਕੇ ਮਨ ਦੇ ਵਿੱਚ ਆਈ ਹੈ ਕਿ ਇੱਕ ਜ਼ਿੰਮੇਦਾਰੀ ਵਾਲੀ। ਤੇ ਅੰਮ੍ਰਿਤਾ ਵੜਿੰਗ ਤੁਹਾਡੀ ਵਾਈਫ ਦਾ ਕੀ ਰਿਐਕਸ਼ਨ ਸੀਗਾ? ਸੋ ਅੰਮ੍ਰਿਤਾ ਪਹਿਲਾਂ ਤਾਂ ਮੈਨੂੰ ਲੱਗਦਾ ਕਿ ਪੱਗ ਦੇ ਜਦੋਂ ਅੱਜ ਤੋਂ ਕਦੇ ਪਹਿਲਾਂ ਗੱਲ ਕੀਤੀ 5-7 ਸਾਲ ਪਹਿਲਾਂ ਕਿ ਪੱਗ ਬੰਨਾਂਗੇ, ਪੱਗ ਸੋ ਕੋਈ ਵਧੀਆ ਰਿਐਕਸ਼ਨ ਨਹੀਂ ਸੀਗਾ। ਬਟ ਜਦੋਂ ਦਾ ਮੈਂ ਪੱਗ ਬੰਨ੍ਹਣ ਲੱਗ ਪਿਆ, ਈਵਨ ਮੇਰੀ ਡਾਟਰ ਮੈਨੂੰ ਰੋਜ਼ ਦੱਸਦੀ ਹੈ ਕਿ ਅੱਜ ਪੱਗ ਠੀਕ ਲੱਗਦੀ ਹੈ, ਅੱਜ ਪੱਗ ਠੀਕ ਨਹੀਂ ਲੱਗਦੀ। ਫਿਰ ਮੈਂ ਵਾਈਟ ਪੱਗ ਤੋਂ ਤੇ ਕਰੀਮ ਪੱਗ ਤੋਂ ਸ਼ੁਰੂ ਕੀਤਾ ਸੀਗਾ। ਸੋ ਹੁਣ ਅੰਮ੍ਰਿਤਾ ਨੇ ਵੀ ਤੇ ਮੇਰੀ ਬੇਟੀ ਨੇ ਤਾਂ ਕੋਈ ਕਮੈਂਟ ਨਹੀਂ ਕੀਤਾ। ਬੇਟੀ ਉਹ ਜਦੋਂ ਮੈਂ ਟਾਈ ਕਰਦਾ ਟਰਬਨ, ਉਹ ਮੇਰੇ ਕੋਲੇ ਖੜੀ ਰਹਿੰਦੀ ਹੈ, ਮੈਨੂੰ ਠੀਕ ਨਹੀਂ ਲੱਗ ਰਹੀ। ਫਿਰ ਕਈ ਵਾਰੀ ਮੈਨੂੰ ਉਤਾਰਨੀ ਵੀ ਪੈਂਦੀ ਹੈ। ਸੋ ਹੁਣ ਫੈਮਿਲੀ ਦਾ ਵੀ ਰੁਝਾਨ ਜਿਹੜਾ ਅੱਛਾ, ਆਪੇ ਬੰਨ ਲੈਂਦੇ ਹੋ ਕਿ ਸਿੱਖਣੀ ਪਈ? ਨਹੀਂ, ਹੁਣ ਰੋਜ਼ਾਨਾ ਜਿਹੜੀ ਪੱਗ ਬੰਨਦਾ ਮੈਂ ਆਪੇ ਬੰਨਦਾ, ਲੇਕਿਨ ਅਖੀਰਲਾ ਲੜ ਤੇ ਸ਼ੁਰੂਆਤ 'ਚ ਪੂਣੀ ਕਰਾ ਕੇ ਉਹਨੂੰ ਪਹਿਲਾਂ ਨਾਲ ਸਿੱਖ ਵੀ ਰਹੇ। ਸੋ ਕਿਤੇ ਨਾ ਕਿਤੇ ਉਹ ਛੋਟਾ ਪੈ ਜਾਂਦਾ ਹੈ ਲੜ। ਹਜੇ ਮੈਨੂੰ ਇਹ ਨਹੀਂ ਪਤਾ ਲੱਗਦਾ ਕਿ ਪੱਗ ਦਾ ਸਾਈਜ਼ ਪੂਰਾ ਕਿੰਨਾ ਰੱਖਣਾ ਹੈ, ਉਹ ਕਿਤੇ ਵੱਧ ਜਾਂਦਾ, ਕਿਤੇ ਘੱਟ ਜਾਂਦਾ। ਸੋ ਥੋੜ੍ਹੀ ਮਦਦ ਲੈ ਰਹੇ, ਪਰ ਤਕਰੀਬਨ 70-80% ਮੈਂ ਪੱਗ ਆਪਣੇ ਆਪ ਬੰਨ ਲੈਂਦਾ। ਇਹਦੇ ਨਾਲ ਇਸ ਸਾਲ ਤੁਹਾਨੂੰ ਕਾਂਗਰਸ ਦੀ ਜ਼ਿੰਮੇਵਾਰੀ ਪ੍ਰਧਾਨ ਬਣਾਇਆ ਹੈਗਾ, ਉਹ ਕਿੱਦਾਂ ਚੱਲ ਰਹੀ ਹੈ? ਉਹ ਵੀ ਆਪੇ ਸਾਂਭ ਲਈ ਕਿ ਹੁਣ ਥੋੜੀ ਮਦਦ ਲੈਣੀ ਪੈਂਦੀ ਹੈ? ਮੈਂ ਨਿਮਰਤ ਜੀ ਥੋੜਾ ਟੀਮ ਵਰਕ ਦੇ ਵਿੱਚ ਬਿਲੀਵ ਕਰਦਾ ਹੈ ਕਿ ਅਸੀਂ ਸਾਰੇ ਰਲ ਮਿਲ ਕੇ ਆਪਦੀ ਜ਼ਿੰਮੇਵਾਰੀਆਂ ਨੂੰ ਨਿਭਾਈਏ। ਇਕੱਲਾ ਵਿਅਕਤੀ ਆਪਦੀ ਜ਼ਿੰਮੇਵਾਰੀ ਨਹੀਂ ਨਿਭਾ ਸਕਦਾ, ਲੇਕਿਨ ਬੀਇੰਗ ਏ PCC ਟੂ ਬੀ ਵੈਰੀ ਓਨੈਸਟ, ਅੱਜ ਦੇ ਜਿਹੜੇ ਹਾਲਾਤ ਹਨ ਕਾਫੀ ਲੋਕਾਂ ਦਾ ਵਧੀਆ ਸਾਥ ਮਿਲ ਰਿਹਾ ਹੈ। ਕਿਸੇ ਪ੍ਰਕਾਰ ਦੀ ਹਜੇ ਕੋਈ ਕਿੰਤੂ ਪਰੰਤੂ ਲੱਗਦੀ ਨਹੀਂ ਹੈ। ਪਰਿਵਾਰ ਦੇ ਵਿੱਚ ਵੀ ਛੋਟੀਆਂ ਕਿੰਤੂ ਪਰੰਤੂ, ਛੋਟੇ ਇਤਰਾਜ਼, ਛੋਟੀਆਂ ਗੱਲਾਂ ਕਿਉਂਕਿ ਹੋ ਜਾਂਦੀਆਂ। ਇਟਸ ਵੈਰੀ ਡਿਫਿਕਲਟ ਟੂ 4 ਬੰਦਿਆਂ ਦੇ ਘਰ ਦੇ ਪਰਿਵਾਰ ਨੂੰ ਹੀ ਹੈਂਡਲ ਕਰਦਾ। ਉਹ ਵੀ ਕਹਿ ਦਿੰਦਾ ਕਿ ਤੂੰ ਮੈਨੂੰ ਆਹ ਗੱਲ ਦੱਸੀ ਨਹੀਂ, ਤੂੰ ਮੈਨੂੰ ਪੁੱਛੀ ਨਹੀਂ, ਇਹ ਪ੍ਰੋਗਰਾਮ ਆਪਣੇ ਆਪ ਕਰ ਲਿਆ। ਲੇਕਿਨ ਪਾਰਟੀ ਦੇ ਓਵਰਆਲ ਹੁਣ ਤੱਕ ਮੈਨੂੰ ਲੱਗਦਾ ਤਮਾਮ ਲੀਡਰ ਸਾਹਿਬਾਨਾਂ ਦਾ, ਆਲ ਸੀਨੀਅਰਸ ਈਵਨ, ਚੰਗਾ ਸਾਥ ਮਿਲ ਰਿਹਾ। ਟਮੋਰੋ ਕੱਲ੍ਹ ਦਾ ਮੈਨੂੰ ਪਤਾ ਨਹੀਂ ਹੈ, ਹਜੇ ਤੱਕ ਠੀਕ ਚੱਲ ਰਿਹਾ। ਕਿਤੇ ਕੋਈ ਆ ਵੀ ਜਾਂਦੀ ਹੈ ਮਿਸਅੰਡਰਸਟੈਂਡਿੰਗ ਇੱਕ ਦੂਜੇ 'ਚ, ਤਾਂ ਫਿਰ ਜਾ ਕੇ ਅਸੀਂ ਗੱਲ ਕਲੀਅਰ ਵੀ ਕਰ ਲੈਂਦੇ। ਪਰ ਐਸਾ ਮੈਨੂੰ ਕਿਤੇ ਲੱਗ ਨਹੀਂ ਰਿਹਾ ਕਿ ਸਮਬਡੀ ਇਜ਼ ਅਗੇਂਸਟ ਮੀ ਐਂਡ ਕੋਈ ਮੇਰੀ ਆਖਰ ਨਹੀਂ ਲੱਗਣਾ ਚਾਹੁੰਦਾ। ਮੈਨੂੰ ਲੱਗਦਾ ਕਿ ਸਾਰੇ ਅਸੀਂ ਮਿਲ ਕੇ ਠੀਕ ਪਾਰਟੀ ਦਾ ਕੰਮ ਟਿਲ ਨਾਓ, ਕੱਲ੍ਹ ਦਾ ਪਤਾ ਨਹੀਂ ਹੈ, ਟਿਲ ਨਾਓ ਇਟਸ ਗੋਇੰਗ ਵੈਲ। ਕੱਲ ਇਹਨੂੰ 26 ਜਨਵਰੀ ਨੂੰ ਬਦਲੇਗਾ ਉਹ ਕੱਲ, ਬਟ ਸੋ ਫਾਰ ਤੁਹਾਡੇ ਵੱਲੋਂ ਇੱਕ ਬਿਆਨ ਵੀ ਦਿੱਤਾ ਗਿਆ ਕਿ ਵੀ ਪਿਛਲੇ ਸਾਲਾਂ ਵਿੱਚ PPC ਦਾ ਕੰਮ ਠੀਕ ਤਰ੍ਹਾਂ ਨਹੀਂ ਹੋਇਆ। ਸੋ ਤੁਹਾਨੂੰ ਲੱਗਦਾ ਕਿ ਉਹਦਾ ਇੱਕ ਵੱਡਾ ਕਾਰਨ ਸੀ PPC ਕਮਜ਼ੋਰ ਰਹੀ ਹੈਗੀ? ਜਾਂ ਨਿਮਰਤ ਜੀ, ਕਿਉਂਕਿ PCC ਤੁਸੀਂ ਹੁਣ ਜੇ ਜਾ ਕੇ ਤੁਸੀਂ PCC ਦੇ ਕੰਮ ਕਰਨ ਵਾਲੇ ਲੋਕਾਂ ਨੂੰ ਬਾਹਰ ਜਿਹੜੇ ਸਾਡੇ ਵਿਚਾਰੇ ਚਾਲ ਹੈ, ਜੇ ਉਹਨੂੰ ਹੀ ਪੁੱਛ ਲਓਗੇ ਤਾਂ ਹੀ ਵਿਲ ਟੈਲ ਯੂ ਕਿ ਹੁਣ PCC ਕੰਮ ਠੀਕ ਚੱਲ ਰਿਹਾ। ਰੀਜ਼ਨ ਬੀਇੰਗ ਰੌਣਕਾਂ PCC 'ਚ ਲੱਗਦੀਆਂ, ਅਸੀਂ ਮੀਟਿੰਗ ਸੱਦਦੇ ਹਾਂ। ਐਕਚੁਅਲੀ ਜਿਹੜਾ ਆਰਗੇਨਾਈਜੇਸ਼ਨ ਦਾ ਕੰਮ ਹੁੰਦਾ ਸੀ ਨਾ, ਉਹ ਮਿਸਿੰਗ ਹੋਇਆ ਮਗਰਲੇ 15-20 ਸਾਲਾਂ 'ਚ। ਆਰਗੇਨਾਈਜੇਸ਼ਨ ਕੀ ਹੁੰਦਾ ਸੀ ਕਿ ਬਲਾਕ ਪ੍ਰੈਜ਼ੀਡੈਂਟ ਤੁਸੀਂ ਆਪਦੇ ਸਟਰੋਂਗ ਕਰਨੇ। ਸਾਡਾ ਤਾਂ 2 ਸਾਲ ਡਿਸਟ੍ਰਿਕਟ ਪ੍ਰੈਜ਼ੀਡੈਂਟ ਹੀ ਹੈ ਨਹੀਂ ਸੀ ਮਿਸਟਰ ਜਾਖੜ ਦੀ ਟੈਨਿਓਰ ਦੇ ਵਿੱਚ। ਉਹਨਾਂ ਨੂੰ ਲਾਇਆ, ਫਿਰ ਉਹਨਾਂ ਨੂੰ ਉਤਾਰ ਦਿੱਤਾ ਗਿਆ, ਫਿਰ ਨਵੀਂ ਲਿਸਟ ਹੀ ਨਹੀਂ ਬਣੀ। ਲਾਸਟ ਮੂਮੈਂਟ ਤੱਕ ਈਵਨ ਇਲੈਕਸ਼ਨ ਵੀ ਆ ਗਏ, ਅਸੀਂ ਨਵੇਂ ਆਪਦੇ ਡਿਸਟ੍ਰਿਕਟ ਪ੍ਰੈਜ਼ੀਡੈਂਟਸ ਨਹੀਂ ਦੇ ਸਕੇ। ਸੋ ਨਾਓ ਵਾਟ ਵੀ ਆਰ ਸਲੋਲੀ ਬਲਾਕ ਪ੍ਰੈਜ਼ੀਡੈਂਟਸ ਅਸੀਂ ਬਣਾਏ, ਬਲਾਕ ਪ੍ਰੈਜ਼ੀਡੈਂਟਸ ਦੀਆਂ ਇੰਟਰਵਿਊਜ਼ ਕੀਤੀਆਂ। ਹੁਣ ਬਲਾਕ ਪ੍ਰੈਜ਼ੀਡੈਂਟਸ ਦੇ ਆਰ ਕਮਿੰਗ ਟੂ ਅਸ। ਅਸੀਂ ਉਹਨਾਂ ਦਾ ਪਰਫਾਰਮੈਂਸ ਮੈਜ਼ਰਮੈਂਟ ਇੱਕ ਫਾਰਮੈਟ ਬਣਾਇਆ ਹੈ ਕਿ ਹਰ 3 ਮਹੀਨਿਆਂ ਬਾਅਦ ਰਿਵਿਊ ਹੋਏਗਾ। ਇਹ ਨਹੀਂ ਹੈ ਕਿ ਕੋਈ ਪੱਕਾ ਬਲਾਕ ਪ੍ਰੈਜ਼ੀਡੈਂਟ ਬਣ ਗਿਆ ਤਾਂ ਬਣਿਆ ਰਹੇਗਾ।
ਈਵਨ ਮੇਰਾ ਰਿਵਿਊ ਹੋਣਾ ਚਾਹੀਦਾ, ਦੋਜ਼ ਹੂ ਆਰ ਇਨ ਸਟੇਟ ਕਮੇਟੀ ਜਿਹੜੇ ਹੁਣ ਅਸੀਂ ਬਣਾਵਾਂਗੇ ਉਹਨਾਂ ਦਾ ਰਿਵਿਊ ਹੋਣਾ ਚਾਹੀਦਾ। ਸਮ ਆਫ them ਦੇ ਟੇਕ ਅ ਪੋਸਟ ਐਂਡ ਦੈਨ ਦੇ ਡੋਂਟ ਵਰਕ। ਐਂਡ ਬਲਾਕ ਪ੍ਰੈਜ਼ੀਡੈਂਟਸ ਨੂੰ ਪੁੱਛਿਆ ਹੀ ਨਹੀਂ ਗਿਆ। ਸਰਕਾਰਾਂ ਆਈਆਂ, ਸਰਕਾਰਾਂ ਨੇ ਆਪਦੇ ਆਫਿਸਿਸ ਚੋਂ ਕਾਂਗਰਸ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ, ਇਸੇ ਕਰਕੇ ਅਸੀਂ ਕਮਜ਼ੋਰ ਹਾਂ ਅੱਜ। ਅਦਰਵਾਈਜ਼ ਅਗਰ ਆਰਗੇਨਾਈਜੇਸ਼ਨ ਦਾ ਬਿਲਡਅਪ ਹੁੰਦਾ ਤਾਂ ਫਿਰ ਅਸੀਂ ਕਮਜ਼ੋਰ ਨਹੀਂ ਹੋਣਾ ਸੀ। ਫੋਰ ਐਗਜ਼ਾਮਪਲ ਉਦਾਹਰਨ ਦੇ ਤੌਰ ਤੇ ਲਾਈਕ ਮੋਹਾਲੀ, ਅਸੀਂ ਲੋਕਾਂ ਨੇ ਇੱਕ ਵਿਅਕਤੀ ਨੂੰ ਠੇਕੇ ਤੇ ਦਿੱਤਾ, ਲਾਈਕ ਫਲਾਂ ਬੰਦਾ ਇਜ਼ ਅ ਮਿਨਿਸਟਰ ਹੇਅਰ, ਫਲਾਂ ਬੰਦਾ ਇਜ਼ ਐਮਐਲਏ, ਨਾਓ ਯੂ ਲੁੱਕ ਆਫਟਰ ਦਾ ਹੋਲ ਕੌਂਸਟੀਟਿਊਂਸੀ, ਸਾਰੀ ਨੂੰ ਤੁਸੀਂ ਵਿਚਾਰ ਵੇਖੋਗੇ। ਅਦਰਵਾਈਜ਼ ਇਹ ਹੋਣਾ ਚਾਹੀਦਾ ਕਿ ਡਿਸਟ੍ਰਿਕਟ ਪ੍ਰੈਜ਼ੀਡੈਂਟ ਦੀ ਉੱਥੇ ਅਲੱਗ ਹੋਂਦ ਹੋਣੀ ਚਾਹੀਦੀ ਹੈ, ਬਲਾਕ ਦੀ ਅਲੱਗ ਹੋਣੀ ਚਾਹੀਦੀ ਹੈ। ਅਸੀਂ ਬਲਬੀਰ ਸਿੰਘ ਸਿੱਧੂ ਨੂੰ ਫੋਰ ਐਗਜ਼ਾਮਪਲ ਦਿੱਤਾ, ਉਹਨਾਂ ਨੇ ਆਪ ਮਿਨਿਸਟਰ ਬਣੇ, ਭਰਾ ਨੂੰ ਮੇਅਰ ਬਣਾਇਆ, ਮੁੰਡੇ ਨੂੰ ਯੂਥ ਕਾਂਗਰਸ ਬਣਾਇਆ, ਪੀਏ ਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਾਇਆ। ਸੋ ਦਿਸ ਵੇ ਅਸੀਂ ਜਿਹੜੀ ਆਰਗੇਨਾਈਜੇਸ਼ਨ ਜਿਹੜਾ ਸਿਸਟਮ ਸੀ ਉਹਨੂੰ ਸਪੋਇਲ ਕਰਤਾ। ਤੁਸੀਂ ਮਤਲਬ ਕਿਤੇ ਮੰਨਦੇ ਹੋ ਕਿ ਜੋ ਲੋਕਾਂ ਨੇ ਫੈਸਲਾ ਕੀਤਾ ਉਹ ਠੀਕ ਫੈਸਲਾ ਕੀਤਾ? ਬਹੁਤ ਕਾਂਗਰਸ ਜਿਸ ਤਰ੍ਹਾਂ ਚੱਲ ਰਹੀ ਸੀ, ਸਪੋਜ਼ਿੰਗ ਅੱਜ ਫਿਰ ਕਾਂਗਰਸ ਦੀ ਸਰਕਾਰ ਆ ਜਾਂਦੀ ਔਰ ਜੇ ਤੁਸੀਂ ਗਰਾਊਂਡ ਲੈਵਲ ਤੇ ਜੇ ਠੀਕ ਨਾ ਹੁੰਦੇ ਤਾਂ ਫਿਰ ਸਟੇਟ ਦਾ ਚੰਗਾ ਹਾਲ ਨਹੀਂ ਹੋਣਾ। ਦੇਖੋ, ਸਟੇਟ ਨੇ ਲੋਕਾਂ ਨੇ ਜੋ ਫੈਸਲਾ ਕੀਤਾ ਉਹ ਤਾਂ ਬਹੁਤਾ ਚੰਗਾ ਫੈਸਲਾ ਨਹੀਂ ਕੀਤਾ, ਬਿਕੋਜ਼ ਜਿਹੜੇ ਹੁਣ ਆਏ ਆ ਉਹ ਸਾਡੇ ਨਾਲੋਂ ਵੀ ਵਰਸਟ ਹੈਗੇ ਨੇ। ਉਹਨਾਂ ਨੇ ਹਾਲਾਤ ਪੰਜਾਬ ਦਾ ਬਹੁਤ ਮਾੜੇ ਕਰ ਦਿੱਤੇ ਨੇ। ਤੁਸੀਂ ਸੱਜੇ ਖੱਬੇ ਜਿਸ ਨੂੰ ਵਿਅਕਤੀ ਨੂੰ ਮਰਜ਼ੀ ਪੁੱਛ ਲਓ। ਲੇਕਿਨ ਹਾਂ, ਮੈਨੂੰ ਲੱਗਦਾ ਕਿ ਸ਼ਾਇਦ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਜੋ ਹੁੰਦਾ ਚੰਗੇ ਵਾਸਤੇ ਹੁੰਦਾ, ਸੱਚੇ ਪਾਤਸ਼ਾਹ ਚੰਗੇ ਵਾਸਤੇ ਕਰਦਾ ਹੈ। ਜੇ ਦੁਬਾਰਾ ਸਰਕਾਰ ਵੀ ਬਣ ਜਾਂਦੀ ਫਿਰ ਅਸੀਂ ਆਰਗੇਨਾਈਜੇਸ਼ਨ ਬਿਲਕੁਲ ਖਤਮ ਕਰ ਦਿੰਦੇ, ਕਿਉਂਕਿ ਸਾਨੂੰ ਲੱਗਣਾ ਸੀ ਵਾਟ ਵੀ ਆਰ ਡੂਇੰਗ ਇਹ ਤਾਂ ਬੈਸਟ ਗੱਲ ਹੈ, ਕਿਉਂਕਿ ਥੱਲੇ ਸਾਡਾ ਵਰਕਰ ਝੋਲਾ ਫੜਨ ਵਾਲਾ ਬਿਲਕੁਲ ਖਤਮ ਹੋ ਜਾਂਦਾ। ਪੀਪਲ ਆਰ ਫੈਡ ਅਪ ਵਿਦ ਅਸ। ਜਿਹੜੇ ਸਾਡਾ ਵਰਕਰ ਸੀਗਾ ਜਿਹਨੇ ਕਾਂਗਰਸ ਨੂੰ ਸਟਰੋਂਗ ਕੀਤਾ, ਉਹਨਾਂ ਨੂੰ ਪੁੱਛਿਆ ਹੀ ਨਹੀਂ ਗਿਆ। ਔਰ 100% ਜੇ ਸਰਕਾਰ ਤੁਸੀਂ ਦੇਖ ਲਓ ਇਹ ਹੋਇਆ, ਇਟ ਹੈਪਨ ਵਿਦ ਸ਼੍ਰੋਮਣੀ ਅਕਾਲੀ ਦਲ। 10 ਸਾਲ ਲਗਾਤਾਰ ਰਹੇ। ਬਾਦਲ ਸਾਹਿਬ ਆਉਂਦੇ ਸੀ, 5 ਸਾਲ ਰਹਿੰਦੇ ਸੀ, ਚਲੇ ਜਾਂਦੇ ਸੀ। ਜਦੋਂ 10 ਸਾਲ ਆਇਆ ਤੇ ਬਾਦਲ ਸਾਹਿਬ ਨੇ ਵੀ ਸਰੈਂਡਰ ਕਰਤਾ ਇਨ ਫਰੰਟ ਆਫ ਸੁਖਬੀਰ ਬਾਦਲ। ਹੀ ਫੀਲਸ ਕਿ ਹੀ ਇਜ਼ ਅ ਮੋਰ ਇੰਟੈਲੀਜੈਂਟ ਗਾਏ, ਜਿਹਨੇ 10 ਸਾਲ ਮੈਨੂੰ ਪਹਿਲੀ ਵਾਰੀ ਰਿਪੀਟ ਕੀਤਾ। ਮੈਂ 5 ਵਾਰੀ ਮੁੱਖ ਮੰਤਰੀ ਰਿਹਾ। ਈਵਨ ਜਿਹੜੇ ਵੱਡੇ ਦਿੱਗਜ ਸੀ ਅਕਾਲੀ ਦਲ ਦੇ, ਜਿਨ੍ਹਾਂ ਦੇ ਨਾਮ ਤੇ ਅਕਾਲੀ ਦਲ ਚੱਲਦਾ ਸੀਗਾ, ਚਾਹੇ ਉਹ ਮਾਝੇ ਦੇ ਸੀ, ਚਾਹੇ ਮਾਲਵੇ ਦੇ ਸੀ, ਚਾਹੇ ਦੁਆਬੇ ਦੇ ਸੀ, ਉਹਨਾਂ ਨੇ ਵੀ ਸਰੈਂਡਰ ਕਰਤਾ ਇਨ ਫਰੰਟ ਆਫ ਵੱਡੇ ਵੱਡੇ ਲੋਕ। ਪੈਰੀਆਂ ਹੱਥ ਲਾਉਣ ਲੱਗ ਪਏ ਸੁਖਬੀਰ ਸਿੰਘ ਬਾਦਲ ਦੇ। ਹੀ ਫੀਲਸ ਦੈਟ ਆਈ ਨੋ, ਜੋ ਮੈਨੂੰ ਪਤਾ ਉਹ ਕਿਸੇ ਨੂੰ ਜਾਣਕਾਰੀ ਨਹੀਂ। ਅੱਜ ਅਕਾਲੀ ਦਲ ਖਤਮ ਹੋ ਗਿਆ। ਸੋ ਅਗਰ ਦੁਬਾਰਾ ਸਰਕਾਰ ਸਾਡੀ ਆਉਂਦੀ ਤੇ ਮੈਨੂੰ ਲੱਗਦਾ ਕਿ ਅਸੀਂ ਵੀ ਉਸੇ ਕਿਨਾਰ ਤੇ ਪਹੁੰਚ ਜਾਣਾ ਸੀ। ਇਹ ਚੰਗਾ ਹੋਇਆ ਹੈ, ਬਟ ਫੈਸਲਾ ਸਹੀ ਨਹੀਂ ਸੀ ਪੰਜਾਬੀਆਂ ਦਾ। ਤੇ ਕਿੱਥੇ ਪਾਉਂਦੇ ਜੇ ਉੱਥੇ ਨਾ ਪਾਉਂਦੇ ਤਾਂ ਨਹੀਂ, ਮਤਲਬ ਕਿ ਉਹਨਾਂ ਨਾਲੋਂ ਬੈਟਰ ਸੀਗੇ ਅੱਜ ਵੀ ਜੋ ਹੁਣ ਦੇਖ ਰਹੇ ਹਾਂ। ਉਹਨਾਂ ਨੇ ਠੀਕ ਹੈ, ਪੰਜਾਬੀਆਂ ਨੇ ਬਦਲਾਅ ਦੇ ਰੂਪ ਦੇ ਵਿੱਚ ਕੁਝ ਸਾਡੀ ਆਪਦੀ ਇੰਟਰਨਲ ਲੜਾਈ ਔਰ ਜੋ ਸਾਡੇ ਹਾਲਾਤ ਸੀ ਅਸੀਂ ਵਰਕਰਾਂ ਨੂੰ ਨਹੀਂ ਪੁੱਛਿਆ। ਇੰਨਾ ਮਾੜਾ ਕਿਉਂ ਹੋ ਰਿਹਾ? ਬਿਕੋਜ਼ ਜੇ ਦੇਖਿਆ ਜਾਏ ਤੇ ਬਿਜਲੀ ਦੇ ਬਿੱਲ ਜ਼ੀਰੋ, ਕਾਫੀ ਆਈ ਥਿੰਕ 90% ਕਹਿੰਦੇ ਨੇ ਮੁੱਖ ਮੰਤਰੀ ਕਿ 90% ਜ਼ੀਰੋ ਬਿੱਲ ਆ ਰਹੇ ਨੇ ਲੋਕੀ। ਇਹਦਾ ਮਤਲਬ ਤਾਂ ਫਿਰ ਥੋੜਾ ਵੀ ਜ਼ੀਰੋ ਆ ਰਿਹਾ ਹੋਣਾ। ਯੂ ਆਰ 90% ਉਸ ਕਮਰਸ਼ੀਅਲ ਕੈਟਾਗਰੀ ਉਸ ਰੀਜ਼ਨ ਹੈ। ਇਹ ਗੱਲਾਂ ਕੀਤੀਆਂ ਜਾ ਰਹੀਆਂ ਕਿ 90% ਜ਼ੀਰੋ ਬਿੱਲ ਆ ਰਹੇ ਨੇ। ਇਹ 200 ਯੂਨਿਟ ਤਾਂ ਅਸੀਂ ਦੇ ਹੀ ਰਹੇ ਸੀ। 100 ਦੇ ਕੇ ਇਹਨਾਂ ਨੇ 90% ਕਿੱਦਾਂ ਲੋਕਾਂ ਦੇ ਬਿੱਲ ਫ੍ਰੀ ਕਰਤੇ? ਇਹ ਇੱਕ ਪਰਸੈਪਸ਼ਨ, ਕਿਉਂਕਿ ਇਹ ਆਦਤ ਹੈ ਆਮ ਆਦਮੀ ਪਾਰਟੀ ਨੂੰ ਕਿ 100 ਵਾਰ ਝੂਠ ਬੋਲਣਾ ਹੈ ਐਂਡ ਫਿਰ ਉਹਨੂੰ ਲੋਕ ਸੱਚ ਮੰਨ ਲੈਣਗੇ। ਜਿਵੇਂ ਬਦਲਾਵ ਦਾ ਬਹੁਤ ਵੱਡਾ ਇੱਕ ਝੂਠ ਸੀਗਾ। ਤੁਸੀਂ ਦੇਖੋ ਕਿ ਗੁਜਰਾਤ ਦੇ ਵਿੱਚ ਕਰੋੜਾਂ ਰੁਪਏ ਲਾਤਾ, ਹਿਮਾਚਲ ਚ ਲਾਤਾ, ਤੇ ਉੱਥੋਂ ਰਿਜ਼ਲਟ ਕੀ ਲਿਆ? ਇਹ ਤਾਂ ਇਹਨਾਂ ਨੇ ਇਦਾਂ ਦੀ ਪਰਸੈਪਸ਼ਨ ਬਣਾਤੀ ਸੀ ਕਿ ਸਾਡੇ ਐਮਐਲਏ ਉੱਥੇ ਪਹੁੰਚ ਰਹੇ ਆ, ਫਲਾਂ ਹੋ ਗਿਆ, ਅਸੀਂ ਕੈਂਪੇਨਿੰਗ ਐਂਡ ਆਲ ਦੈਟ, ਚੀਫ ਮਿਨਿਸਟਰ ਉੱਥੇ ਇੰਨੇ ਦਿਨ ਰਿਹਾ ਕਿ ਮਾਈਟ ਬੀ ਦੇਅਰ ਇਨ ਫਾਈਟ ਕਿ ਇਲੈਕਸ਼ਨ ਜਿੱਤ ਰਹੇ। ਇਹ ਮਾਹਿਰ ਲੋਕ ਨੇ, ਇਸ ਤਰ੍ਹਾਂ ਐਡਵਰਟਾਈਜ਼ ਕਰਦੇ ਨੇ ਹਰ ਚੀਜ਼ ਨੂੰ। ਦੇਰ ਇਸ ਗੱਲ 'ਚ ਤਾਂ ਮੰਨਣਾ ਪਊਗਾ, ਦੇ ਆਰ ਨੰਬਰ 1 ਇਨ ਦਿਸ ਐਡਵਰਟਾਈਜ਼ਡ। ਤੇ ਕਿਸ ਤਰ੍ਹਾਂ ਮੈਨੇਜਮੈਂਟ ਹੈ, ਮੀਡੀਆ ਐਂਡ ਆਲ ਅੱਜ ਕੱਲ ਹਰ ਚੀਜ਼ ਐਡਵਰਟਾਈਜ਼ਮੈਂਟ ਤੇ ਚੱਲਦੀ ਹੈ। ਭਾਜਪਾ ਐਡਵਰਟਾਈਜ਼ ਕਰਦੀ ਹੈ। ਇਹ ਤੁਹਾਡੀ ਕਮਜ਼ੋਰੀ ਹੈ ਕਿ ਉਹਨਾਂ ਦੀ ਖਾਮੀ ਹੈ? ਸੋ ਵੇਖੋ, ਟੂ ਬੀ ਵੈਰੀ ਓਨੈਸਟ, ਸਾਡੀ ਕਮਜ਼ੋਰੀ ਤਾਂ ਨਹੀਂ ਸੀ ਇਹ, ਬਿਕੋਜ਼ ਟੂ ਮਚ ਐਡਵਰਟਾਈਜ਼ਮੈਂਟ। ਜਿਵੇਂ ਦੁਨੀਆ ਚੱਲਦੀ ਹੈ, ਨਾਲ ਚੱਲਣਾ ਪੈਂਦਾ ਨਾ। ਤੁਸੀਂ ਦੇਖ ਲਓ ਨਾ, ਅੱਜ ਡਾਕਟਰ ਮਨਮੋਹਨ ਸਿੰਘ ਨੂੰ ਬਦਲਤਾ, ਰਿਪਲੇਸ ਕਰਤਾ ਨਰਿੰਦਰ ਮੋਦੀ ਜੀ ਨੇ। यूपी बदली गई, लेकिन पीपल रिमेंबर डॉक्टर मनमोहन सिंह स्टिल टुडे। ठीक है, एडवरटाइजमेंट नहीं कर सके, उन्होंने स्कीम्स ही अज नरेंद्र मोदी जी एडवरटाइजमेंट करके चला रहे हैं। पर जो इकॉनमी के हालात ने, जो देश के हालात ने, जिस प्रकार की, ठीक है समबडी इज बीजेपी, वो कहता मैं बीजेपी को वोट पा रहे हैं, बट वो खुश नहीं है, कहता मेरी मजबूरी है वोट पानी। सो डॉक्टर मनमोहन सिंह के राज दे विच जिहड़ा दुनिया भरा ने उस समय नूं याद कर रही है।
ਨਰਿੰਦਰ ਮੋਦੀ ਜੀ ਤੋਂ ਕੋਈ ਡਰ ਰਿਹਾ ਹੈ, ਕਿਸੇ ਸਰਕਾਰ ਤੋਂ ਕੋਈ ਡਰ ਰਿਹਾ ਹੈ, ਉਹ ਕਹ ਰਿਹਾ ਕਿ ਨਹੀਂ ਮੈਨੇਜਮੈਂਟ ਇਜ਼ ਗੁੱਡ। ਮੈਨੂੰ ਪਤਾ ਹੈ ਮੀਡੀਆ ਵਾਲੇ ਲੋਕ ਸਾਥੀ ਸਾਨੂੰ ਆ ਕੇ ਕਹਿੰਦੇ ਤੁਹਾਡੇ ਜਿਹੜੇ ਐਂਕਰਸ ਹੈਗੇ ਨੇ, ਜਿਹੜੇ ਮੁੰਡੇ ਵਿਚਾਰੇ ਹਰ ਚੈਨਲ ਤੇ, ਆਈ ਐਮ ਨਾਟ ਟਾਕਿੰਗ ਅਬਾਊਟ ਯੋਰ ਪਾਰਟਿਕੂਲਰਲੀ ਤੁਹਾਡੇ ਬੰਦੇ ਆਮ ਰੂਟੀਨ 'ਚੋਂ ਸਾਨੂੰ ਆ ਕੇ ਕਹਿੰਦੇ ਯਾਰ ਕਰੋ ਕੁਛ, ਸਾਨੂੰ ਇੱਦਾਂ ਫੜਿਆ ਹੋਇਆ ਹੈ, ਸਾਡੀ ਗਰਦਨ ਇੱਦਾਂ ਦੱਬੀ ਵੀ ਹੈ ਸਰਕਾਰਾਂ ਨੇ, ਉਹ ਸਾਨੂੰ ਕਹਿੰਦੇ ਕਿ ਯਾਰ ਡੂ ਸਮਥਿੰਗ। ਸੋ ਮੇਰੇ ਕਹਿਣ ਦਾ ਮਤਲਬ ਉਹ ਚੰਗਾ ਨਹੀਂ ਹੈ। ਟੂ ਮੱਚ ਐਡਵਰਟਾਈਜ਼ਮੈਂਟ ਉਹ ਫਿਰ ਥੋੜਾ ਚਿਰ ਤੱਕ ਕੰਮ ਚੱਲਦਾ ਹੈ, ਫਿਰ ਉਦੋਂ ਬਾਅਦ ਮਸ਼ਹੂਰੀ ਨਾਲ ਤੁਸੀਂ ਨਕਲੀ ਚੀਜ਼ ਨੂੰ ਥੋੜਾ ਚਿਰ ਤੱਕ ਪ੍ਰਮੋਟ ਕਰਕੇ ਵੇਚ ਦੋਗੇ ਫॉर द ਟਾਈਮ ਬਿੰਗ, ਪਰ ਜਦੋਂ ਉਹਨੂੰ ਚੀਜ਼ ਨੂੰ ਵਰਤੂਗਾ ਬੰਦਾ ਤਾਂ ਉਹਨੂੰ ਪਤਾ ਲੱਗ ਜਾਊਗਾ ਵੀ ਇਹਦੇ 'ਚ ਦਮ ਨਹੀਂ ਹੈ। तो इससे करके दैट इज द ओनली रीजन कि सरकार 9 महीने फ्लॉप हो गई है। टू मच एडवर्टाइजमेंट, बदलाव, नेरी बंदे, नौकरी, 1000 रुपया फलां, इत्थे महाराजा रणजीत सिंह दा फलां राज होगा, इदां टू मच एडवर्टाइजमेंट भी जिहड़ी है उन्होंने डाउनफॉल लियांदा पार्टी दा। पर असी सीख रहे हैं, असी भी सीख रहे हैं कि हो ਭਾਰਤ ਜੋੜੋ ਪੰਜਾਬ ਆਉਣ ਲੱਗੀ ਹੈ ਯਾਤਰਾ, ਕੀ ਤੁਸੀਂ ਉਹ ਤੋਂ ਉਮੀਦ ਰੱਖਾਂਗੇ, ਅਸੀਂ ਕੀ ਆਸ ਰੱਖਾਂਗੇ? ਸੋ ਮੈਨੂੰ ਲੱਗਦਾ ਹੈ ਕਿ ਬਹੁਤ ਵੱਡੀ ਇਤਿਹਾਸਿਕ ਯਾਤਰਾ ਹੈ ਨਿਮਰਤ ਜੀ ਐਂਡ ਰਾਹੁਲ ਜੀ ਨੇ ਮਤਲਬ ਕਿ ਬਹੁਤ ਵੱਡਾ ਫੈਸਲਾ ਲਿਆ ਹੈ। ਸੋਚ ਵੀ ਨਹੀਂ ਸਕਦਾ ਸੀ, ਕੋਈ ਕਲਪਨਾ ਨਹੀਂ ਕਰ ਸਕਦੀ। ਰਾਹੁਲ ਗਾਂਧੀ ਜੀ ਦੀ ਛਵੀ ਇਸ ਤਰ੍ਹਾਂ ਦੀ ਲੋਕਾਂ ਨੇ ਬਣਾਈ ਵੀ ਸੀ, ਰਾਹੁਲ ਗਾਂਧੀ ਇਹ ਹੈ, ਰਾਹੁਲ ਗਾਂਧੀ ਆਲਸੀ ਹੈ, ਐਂਡ ਰਾਹੁਲ ਗਾਂਧੀ ਜੀ ਨੂੰ ਬਹੁਤ ਹੀ ਸੋਸ਼ਲ ਮੀਡੀਆ ਤੇ ਟ੍ਰੋਲ ਕਰਦੇ ਸੀ ਲੋਕ, ਰਾਹੁਲ ਗਾਂਧੀ ਤੋਂ ਪੱਪੂ ਹੈ, ਪੱਪੂ ਦਾ ਤਾਂ ਉਹਨਾਂ ਨੇ ਬਿਲਕੁਲ ਉਤਾਰਤਾ ਆਪਣੇ ਉੱਤੋਂ ਟੈਗ। 100% ਤੁਸੀਂ ਦੇਖੋ ਕਿ ਡੇਲੀ ਸਵੇਰ 5 ਵਜੇ ਉੱਠਣਾ, 5:30 ਬ੍ਰੇਕਫਾਸਟ ਐਂਡ 6 ਵਜੇ ਔਨ ਰੋਡ। ਮੈਂ ਹੁਣ ਕਿਹਾ ਸੀ ਉਹਨਾਂ ਨੂੰ, ਮੈਂ ਕਿਹਾ ਜੀ ਆਪਾਂ टाइम बदल दी बिकॉज सर्दी का बहुत है। कहना पंजाब का किसान कितने बजे उठता है? मैं कहा जी वो तो 4 बजे उठता है। पंजाब के मजदूर कितने बजे उठते हैं? मैं 4 बजे उठते हैं मॉर्निंग। तो फिर अगर पंजाब का किसान 4 बजे उठ सकता है तो राहुल गांधी सड़क पे 6 बजे यात्रा लेके क्यों नहीं चल सकना? मेरे को आई डोंट हैव, मेरे को इस गल का कोई जवाब ही नहीं। बोलना सी ना पंजाब दे कांग्रेसी नहीं उठ पाएंगे। नहीं कांग्रेसी तो 3 बजे भी उठ पाएंगे, तो वो ਜਿਹੜੇ ਨਹੀਂ ਉੱਠ ਪਾਉਣ ਵਾਲੇ ਸੀ, ਮੈਨੂੰ ਕਈ ਵਾਰ ਲੱਗਦਾ ਹੈ ਕਿ ਨਹੀਂ ਉੱਠ ਪਾਉਣ ਵਾਲੇ ਚਲੇ ਗਏ। ਅੱਛਾ ਨਹੀਂ ਉੱਠ ਪਾਉਣ ਵਾਲੇ ਚਲੇ ਗਏ, ਬਾਕੀ ਸਾਰੇ ਯੈਸ ਜਿਹੜੇ ਚਲੋ ਤੇ ਆਉਂਦੇ ਆ। ਪਰ ਮੈਨੂੰ ਕਈ ਵਾਰ ਲੱਗਦਾ ਹੈ ਕਿ ਸ਼ਹਿਜ਼ਾਦਾ ਐਕਚੁਅਲੀ ਰਾਹੁਲ ਗਾਂਧੀ ਨਹੀਂ ਹੈ, ਸਾਰੀ ਕਾਂਗਰਸ में ਸ਼ਹਿਜ਼ਾਦਿਆਂ ਨਾਲ ਭਰੀ ਹੋਈ ਹੈ। ਬਿਕੋਜ਼ ਜਦ ਸੱਤਾ ਮਿਲਦੀ ਹੈ ਉਹਦੀ ਕਦਰ ਨਹੀਂ ਕਰਦੇ। ਬੜਾ ਸੋਹਣਾ ਓਪਰਚੁਨਿਟੀ ਸੀ ਪੰਜਾਬ ਨੂੰ ਰਿਵਾਈਵਲ ਮੋਡ ਤੇ ਲਿਆਉਣ ਤੇ, ਨਹੀਂ ਲਿਆਇਆ ਗਿਆ। ਸੋ ਐਕਚੁਅਲ ਸ਼ਹਿਜ਼ਾਦੇ ਕੌਣ ਨੇ ਕਾਂਗਰਸ ਦੇ? ਦੇਖੋ ਮੈਨੂੰ ਲੱਗਦਾ ਕਿ ਰਾਹੁਲ ਗਾਂਧੀ ਜੀ ਨੂੰ ਤਾਂ ਵਿਚਾਰਿਆਂ ਦੇ ਉਹਨਾਂ ਦੇ ਸਿਰ 'ਚ ਉਹ ਸਾਰੀ ਬਦਨਾਮੀ ਪਾਈ ਜਾਂਦੀ ਹੈ। ਅਦਰਵਾਈਜ਼ ਮੈਂ ਜੇ ਪੰਜਾਬ ਦੀ ਗੱਲ ਕਰਨਾ, ਪੰਜਾਬ 'ਚ ਜੋ ਕਾਂਗਰਸੀ ਚਾਹੁੰਦੇ ਸੀ ਉਹ ਹੋਇਆ। ਪੰਜਾਬ 'ਚ ਲੋਕਾਂ ਨੇ ਕਿਹਾ ਕਿ ਨਾਓ ਵੀ ਵਾਂਟ ਅਮਰਿੰਦਰ ਸਿੰਘ। ਰਾਹੁਲ गांधी जी ने, हालांकि अमरिंदर सिंह बहुत खिलाफ बोलते रहे राहुल जी दे। राहुल जी ने यह भी कहता सी कि राहुल गांधी झोपड़ी में सोता है, इससे किसी की गरीबी फैलाए, इससे ड्रामा फैला जाए। राहुल गांधी ਨੂੰ ਪੰਜਾਬ ਦੇ ਲੀਡਰਸ ਨੇ ਆਖਿਆ, ਜਿੰਨੇ ਵੀ ਅਸੀਂ ਲੋਕ ਸੀ, ਕਿ ਨਹੀਂ ਵੀ ਨੀਡ ਅਮਰਿੰਦਰ ਸਿੰਘ। ਉਹਨਾਂ ਨੇ ਕਿਹਾ ਠੀਕ ਹੈ, ਇਫ ਯੂ ਨੀਡ ਅਮਰਿੰਦਰ ਸਿੰਘ। ਸਾਰਿਆਂ ਨੇ ਲੇਟ ਉੱਠਣਾ ਸੀ ਨਾ, ਤਾਂ ਹੀ ਤੁਸੀਂ ਉਹਨਾਂ ਨੂੰ ਚੁਣਿਆ। ਹਾਂਜੀ, ਕੋਈ ਜਲਦੀ ਮੀਟਿੰਗ ਤੇ ਬੁਲਾਏਗਾ ਨਹੀਂ, ਤੁਸੀਂ ਸਾਰਿਆਂ ਨੇ ਲੇਟ ਉੱਠਣਾ ਸੀਗਾ। ਨਹੀਂ ਜੀ ਲੇਟ ਉੱਠਣ ਦਾ ਨਹੀਂ ਸੀ, ਬਟ ਕੋਈ ਉਦੋਂ ਇਦਾਂ ਲੱਗਦਾ ਸੀਗਾ। ਮੇਰੇ ਕਹਿਣ ਦਾ ਮਤਲਬ ਕਿ ਫੈਸਲਾ ਸਭ ਨੇ ਕਿਹਾ ਕਿ ਅਮਰਿੰਦਰ ਸਿੰਘ। ਹੁਣ ਲੋਕਾਂ ਨੇ ਕਿਹਾ ਕਿ ਨਹੀਂ ਅਮਰਿੰਦਰ ਸਿੰਘ ਨਹੀਂ ਅਗਲਾ ਕੰਮ ਚਲਾ ਸਕਦਾ। ਹੀ ਰਿਮੂਵਡ ਅਮਰਿੰਦਰ ਸਿੰਘ। ਕੌਣ ਹੋ ਸਕਦਾ? ਪਬਲਿਕ ਕਹਿੰਦੀ ਕਿ ਮੈਨੂੰ ਫਲਾਣੇ ਬਿਨਾ ਕੰਮ ਨਹੀਂ ਚੱਲੇਗਾ, ਨਵਜੋਤ ਸਿੰਘ ਸਿੱਧੂ ਪੀਸੀਸੀ ਹੋਣੇ ਚਾਹੀਦੇ ਹੈ। ਪਬਲਿਕ ਸੇਜ਼ ਦਿਸ, ਮੀਡੀਆ ਸੇਜ਼ ਦਿਸ। ਉਹਨੇ ਕਿਹਾ ਠੀਕ ਹੈ ਨਵਜੋਤ ਸਿੰਘ ਸਿੱਧੂ ਵੀ ਹੁਣ ਆ ਫਲਾਣਾ ਬੰਦਾ ਆ ਹੋਣਾ ਚਾਹੀਦਾ ਚੀਫ ਮਿਨਿਸਟਰ। ਜੋ ਰਾਹੁਲ ਗਾਂਧੀ ਨੂੰ ਪੰਜਾਬ ਦੇ ਲੀਡਰਸ ਐਂਡ ਜੋ ਦੇਸ਼ ਦੇ ਲੀਡਰਸ ਕਹਿੰਦੇ, ਮੈਂ ਦੇਖਿਆ ਰਾਹੁਲ ਗਾਂਧੀ ਨੂੰ, ਰਾਹੁਲ ਗਾਂਧੀ ਕਦੇ ਆਪਦੇ ਮਨ ਦੀ ਗੱਲ ਤਾਂ ਕਿਸੇ ਤੇ ਥੋਪਦਾ ਹੀ ਨਹੀਂ। ਇਹ ਗਲਤ ਨਹੀਂ ਹੈ, ਬਿਕੋਜ਼ ਐਜ਼ ਅ ਲੀਡਰ ਵੈਸੇ ਜਿਹਨੇ ਲੀਡ ਕਰਨਾ, ਜਿਹਨੇ ਦੇਸ਼ ਉਹਨੂੰ ਆਪਣੇ ਬੱਚਿਆਂ, ਬਿਕੋਜ਼ ਤੁਸੀਂ ਬੱਚੇ ਹੀ ਹੋਗੇ, ਹੀ ਇਜ਼ ਦ ਹੈਡ ਆਫ ਦ ਆਰਗੇਨਾਈਜੇਸ਼ਨ, ਥੋੜਾ ਜ਼ਿਆਦਾ ਪਤਾ ਹੋਣਾ ਚਾਹੀਦਾ। ਬਿਕੋਜ਼ ਐਜ਼ ਤੁਸੀਂ ਵੀ ਪੇਰੈਂਟ ਹੋ, ਮੈਂ ਵੀ ਪੇਰੈਂਟ ਹੈਗੀ ਹਾਂ, ਬੱਚੇ ਕਈ ਚੀਜ਼ ਮੰਗ ਲੈਂਦੇ ਹੈਗੇ ਪਰ ਉਹ ਠੀਕ ਨਹੀਂ ਹੁੰਦੀ, ਤੁਹਾਨੂੰ ਪਤਾ ਹੋਣਾ ਚਾਹੀਦਾ ਇਹ ਠੀਕ ਨਹੀਂ ਹੈ। ਸੋ ਉਹ ਜਿਹੜੀ ਉਹਨਾਂ ਦੀ ਫਿਲਾਸਫੀ ਹੈ ਬਿਲਕੁਲ ਖੁੱਲੀ ਆਜ਼ਾਦੀ ਬਿਲੀਵ ਕਰਦੇ ਹੈ। ਉਹ ਸ਼ਾਇਦ ਥੋੜਾ ਸਟ੍ਰਿਕਨੈਸ ਚਾਹੀਦੀ ਹੈ। ਮੈਂ ਕਹਿੰਦਾ ਥੋੜਾ ਨਹੀਂ, 100% ਸਟ੍ਰਿਕਨੈਸ ਚਾਹੀਦੀ ਹੈ। ਗੱਲ ਫੜਨ ਦੀ ਲੋੜ ਹੈਗੀ ਹੈ। ਨੋ ਹੀ ਗੱਲ ਤਾਂ ਨੋ ਨਿਮਰਤ ਗੱਲ ਤਾਂ ਚੰਗੀ ਤਰੀਕੇ ਨਾਲ ਫੜਦਾ ਹੈ। ਰਾਹੁਲ ਗਾਂਧੀ 'ਚ ਗੱਲ ਫੜਨ ਦੀ ਕੋਈ ਕਮੀ ਨਹੀਂ ਹੈ। ਐਸੀ ਕੋਈ ਚੀਜ਼ ਨਹੀਂ ਹੈ ਜਿਹੜੀ ਉਹਨਾਂ ਨੂੰ ਪਤਾ ਨਹੀਂ। ਹੁਣ ਉਹਨਾਂ ਨੂੰ ਪਤਾ ਹੈ ਕਿ ਰਾਜਸਥਾਨ ਕੀ ਹੋ ਰਿਹਾ ਹੈ। ਹੀ ਨੋਜ਼ ਕਿ ਵਾਟ ਇਜ਼ ਹੈਪਨਿੰਗ ਇਨ ਪੰਜਾਬ। ਇੱਕ ਚੀਜ਼ ਜਿਹੜੀ ਮੈਨੂੰ ਨਹੀਂ ਪਤਾ, ਹੀ ਨੋਜ਼ ਦੈਟ। ਯੂ ਕੈਨ ਆਸਕ ਹਿਮ। ਤੁਸੀਂ, ਮੈਂ ਬੇਨਤੀ ਕਰੂੰਗਾ, ਤੁਹਾਨੂੰ ਵੀ ਸੱਦਾ ਪੱਤਰ ਆਇਆ ਰਾਹੁਲ ਗਾਂਧੀ ਜੀ ਵੱਲੋਂ ਭਾਰਤ ਜੋੜੋ ਤੇ, ਤੁਸੀਂ ਆਇਓ, ਯੂ ਜਸਟ ਆਸਕ ਹਿਮ।
ਤੁਹਾਨੂੰ ਇਨ ਬਿਨ ਅਬਾਊਟ ਹਿਮਾਚਲ, ਪੰਜਾਬ ਐਂਡ ਰਾਜਸਥਾਨ 1 ਮਿੰਟ ਚ ਦੱਸ ਦੇਣਗੇ। ਬਟ what he is a leader, he listen to everybody, it's not like a BJP one style। ਇਹ ਤੁਸੀਂ ਕਮਜ਼ੋਰੀ ਲਾ ਲਓ ਰਾਹੁਲ ਗਾਂਧੀ ਦੀ, but as a leader action ਵੀ ਲੈਣਾ ਪੈਂਦਾ ਇਹ ਐਦਾਂ ਨਹੀਂ ਕਰ। he said ਕਿ what everybody says, ਮੈਂ ਡਿਫਰ ਕਰਦਾ। ਉਹ ਕਹਿਣਗੇ ਮੈਂ ਤੁਹਾਡੇ ਇਸ ਗੱਲ ਨਾਲ ਇਤਫਾਕ ਨਹੀਂ ਰੱਖਦਾ ਗੱਲ ਨਾਲ, ਬਟ ਠੀਕ ਹੈ, if you want ਅਮਰਿੰਦਰ ਸਿੰਘ, ਓਕੇ ਅਮਰਿੰਦਰ ਸਿੰਘ। ਆਈ ਨੋ ਕਿ ਅਮਰਿੰਦਰ ਸਿੰਘ ਨੂੰ ਰਾਹੁਲ ਗਾਂਧੀ ਜੀ ਨਹੀਂ ਚਾਹੁੰਦੇ ਸੀ, ਬਟ ਜਦੋਂ ਸਾਰਿਆਂ ਨੇ ਕਿਹਾ ਕਿ we want Amrinder Singh, he said okay, if you want no, Amrinder what will Singh। happen because ਤੁਹਾਡੇ ਵੱਲੋਂ ਬੜੀ ਕਲੀਅਰਲੀ ਹੁਣ ਇੱਕ ਨਵੀਂ ਜੰਗ ਸ਼ੁਰੂ ਹੋਣ ਲੱਗੀ ਹੈ 26 ਜਨਵਰੀ ਨੂੰ, ਜਦ ਨਵਜੋਤ ਸਿੰਘ ਸਿੱਧੂ ਕਿਉਂ ਬਾਹਰ 26 ਜਨਵਰੀ ਨੂੰ ਕੋਈ ਦੁਬਾਰੇ ਵਾਰ ਲੱਗਣ ਲੱਗੀ? ਨਵਜੋਤ ਸਿੰਘ ਸਿੱਧੂ ਬਾਹਰ ਆ ਰਹੇ ਨੇ, ਸੋ ਆਪਸੀ ਲੜਾਈ, ਬਿਕੋਜ਼ ਇਹ ਵੀ ਇੱਕ ਬੜਾ ਵੱਡਾ I don't know, again it's a perception। ਤੁਸੀਂ ਇਹ ਸਾਰੇ ਅਦਾਰਿਆਂ ਤੋਂ, ਸਿਸਟਮ ਤੋਂ ਇੱਕ ਥੱਲੇ ਚਲਾਤੀ। 26 ਜਨਵਰੀ ਨੂੰ ਅਗਲਾ ਬਾਹਰ ਆਉਣ ਲੱਗਿਆ, ਚਲੋ 27 ਨੂੰ ਸ਼ੁਰੂ ਹੋ ਨਹੀਂ ਜਾਏਗੀ। ਨਹੀਂ 27 ਨੂੰ ਆ ਉਹ ਥੋੜੀ ਰਿਹਾ, heading ਮੈਨੂੰ ਨਹੀਂ ਵੀ ਪਤਾ ਵੀ ਆ ਰਿਹਾ ਕਿ ਨਹੀਂ ਆ ਰਿਹਾ 27 ਨੂੰ ਜਾਂ 26 ਨੂੰ, ਜੋ ਵੀ ਅਗਰ ਆ ਵੀ, ਮੈਂ ਤਾਂ ਕਹਿੰਦਾ ਮੋਸਟ ਵੈਲਕਮ, ਪਰਮਾਤਮਾ ਉਹਨਾਂ ਨੂੰ ਜਲਦੀ ਬਾਹਰ ਲਿਆਵੇ। 26 ਵੀ ਕਿਉਂ, ਉਦੋਂ ਪਹਿਲਾਂ ਹੀ ਲਿਆਵੇ, ਭਾਰਤ ਜੋੜੋ ਯਾਤਰਾ ਵਾਸਤੇ ਹੀ ਆਉਣ। ਪਰ ਜੰਗ ਹੋਏਗੀ, ਕਿਉਂ ਲੱਗ ਰਿਹਾ ਤੁਹਾਨੂੰ ਜੰਗ ਹੋਏਗੀ? ਹੋ ਸਕਦਾ ਨਾ ਹੋਵੇ, ਕਿਉਂ ਹੋਏਗੀ ਜੰਗ? ਇਹ ਕਾਫੀ ਰਿਪੋਰਟਸ ਆ ਰਹੀਆਂ, ਕੁਝ ਲੋਕ ਜੋ ਤੁਹਾਡੇ ਨਾਲ ਨਾਰਾਜ਼ ਨੇ ਮਿਲਣ ਜਾ ਰਹੇ ਨੇ, ਜੇਲ੍ਹ ਵਿੱਚ ਸਟ੍ਰੈਟਜੀ ਬਣ ਰਹੀ ਹੈਗੀ ਹੈ, ਸੋ ਉਹ ਕੁਝ ਵੱਖਰਾ ਚਾਹੁੰਦੇ। ਨਿਮਰਤ ਜੀ, ਹਰ ਬੰਦੇ ਨੂੰ ਲੱਗਦਾ ਹੈ ਕਿ ਮੈਂ ਬਿਕੋਜ਼ ਉਹਨਾਂ ਨੂੰ ਤੁਹਾਡੇ ਤੇ ਫੇਥ ਨਹੀਂ ਸੀਗਾ, ਜਿਹੜੀ ਸਰਕਾਰ ਬਣੀ ਸੀ ਉਹਨਾਂ ਨੂੰ ਉਸ ਤੇ ਫੇਥ ਨਹੀਂ ਸੀਗਾ। ਉਹ ਕਹਿੰਦੇ ਸੀ ਕਿ ਵੀ ਮੇਰਾ ਪਲਾਨ ਵੱਖਰਾ ਹੈਗਾ। ਸੋ ਹੁਣ ਜਦ ਕਾਂਗਰਸ ਇੰਨੀ ਲੋ ਹੈ ਤਾਂ ਅਸੀਂ ਕਹਿੰਦੇ ਆਰਗੇਨਾਈਜੇਸ਼ਨ ਡਿਵੈਲਪ ਕਰਨ ਦੀ ਲੋੜ ਹੈ, ਉਹਨਾਂ ਦਾ ਸ਼ਾਇਦ ਪਲਾਨ ਫਿਰ ਵੱਖਰਾ ਹੋਏ। ਵੱਖਰਾ ਹੋਵੇ ਤਾਂ ਕਰਨ, ਕਾਂਗਰਸ ਨੂੰ ਮਜ਼ਬੂਤ ਅਗਰ ਕੋਈ ਵੀ ਵਿਅਕਤੀ ਕਰੇ, ਰਾਜਾ ਵੜਿੰਗ ਨੂੰ ਤਾਂ ਕੋਈ ਇਤਰਾਜ਼ ਨਹੀਂ। ਸੈਕਿੰਡ, ਮੇਰੇ ਨਾਲੋਂ ਮੈਨੂੰ ਲੱਗਦਾ ਕੋਈ ਨਾਰਾਜ਼ ਨਹੀਂ ਹੈ। ਹਾਂ, ਕਿਸੇ ਨੂੰ ਕਿਸੇ ਨਾਲ ਮਿਲਣਾ, ਕਿਸੇ ਨੇ ਕਿਸੇ ਨੂੰ ਸਵਾਗਤ ਕਰਨਾ, ਦੈਟਸ ਅ ਡਿਫਰੈਂਟ ਸਟੋਰੀ। ਮੇਰੇ ਤੋਂ ਮੈਨੂੰ ਲੱਗਦਾ ਅੱਜ ਦੀ ਡੇਟ ਦੇ ਵਿੱਚ ਜਾਂ ਮੈਂ ਕਿਸੇ ਤੋਂ ਮੇਰਾ ਕੋਈ ਨਾਰਾਜ਼ਗੀ ਹੈ। ਸਾਬਕਾ ਮੁੱਖ ਮੰਤਰੀ ਚੰਨੀ ਸਿੰਘ, ਕੱਲ੍ਹ ਹੀ ਮੁੱਖ ਮੰਤਰੀ ਚੰਨੀ ਮੇਰੇ ਆਫਿਸ ਆ ਕੇ ਗਏ, ਅਸੀਂ ਇਕੱਠੇ ਬੈਠੇ ਰਹੇ, ਚਾਹ ਪੀਤੀ। ਪਰ ਜਦ ਇੰਨਾ ਮੀਡੀਆ ਅਟੈਕ ਹੋ ਰਿਹਾ ਉਹਨਾਂ ਤੇ, ਜਦ ਉਹਨਾਂ ਕਿਹਾ ਜਾ ਰਿਹਾ ਕਿ 60 ਲੱਖ ਤੇ ਉਹਨਾਂ ਨੇ ਪੈਸੇ ਖਰਚੇ, ਕਿਸੇ ਨੇ ਪੁੱਛਿਆ ਹੀ ਨਹੀਂ ਮੈਨੂੰ। ਯੂ ਆਰ ਦਾ ਫਰਸਟ ਪਰਸਨ ਜਿਹੜਾ ਕੋਈ ਪੁੱਛ ਰਿਹਾ ਹੈ ਕਿ 60 ਲੱਖ ਦਾ। ਉਹ ਖਾਮ ਖਾਦੀ, ਇਹ ਪਹਿਲੀ ਗੱਲ ਤਾਂ ਇਹ ਮਿਸਟਰ ਚੰਨੀ ਦਾ ਕੰਮ ਹੀ ਨਹੀਂ ਹੈ। ਇਹ ਜਿਹੜੇ ਚੀਫ ਮਿਨਿਸਟਰ ਨਾਲ ਪ੍ਰੋਟੋਕਾਲ ਆਫਿਸਰਸ ਹੁੰਦੇ ਨੇ, ਕੀ ਖਾਣਾ ਹੈ, ਕਿਹਨੂੰ ਖਵਾਉਣਾ ਹੈ, ਕਿੰਨੇ ਦਾ ਬਿੱਲ ਹੈ, ਕੀ ਨਹੀਂ ਬਿੱਲ ਹੈ, ਆਈ ਡੋਂਟ ਥਿੰਕ ਸੋ ਕਿ ਚੀਫ ਮਿਨਿਸਟਰ ਇਸ ਗੱਲ ਨਾਲ ਕਿਤੇ ਕੋਈ ਡੀਲ ਕਰਦਾ ਹੈ ਕਿ ਇਹ 60 ਲੱਖ ਦਾ ਬਿੱਲ ਕਿਵੇਂ ਬਣਿਆ, ਕਿੱਦਾਂ ਬਣਿਆ, ਕਿਹਨੂੰ ਖਾਣਾ ਖਵਾਇਆ। ਹਾਲਾਂਕਿ ਬਹੁਤ ਸਾਰੇ ਬਾਹਰ ਲੋਕ ਜਿਹੜੇ ਉਦੋਂ ਚੀਫ ਮਿਨਿਸਟਰ ਦੇ ਘਰ ਦੇ ਬਾਹਰ ਹੁੰਦੇ ਸੀ, ਉਹਨਾਂ ਨੂੰ ਰੋਟੀ ਖਵਾਈ ਜਾਂਦੀ ਸੀ, ਜਾਂ ਕੋਈ ਘਰੇ ਆਉਂਦਾ ਸੀ, ਜਾਂ ਹੋ ਸਕਦਾ ਮਾਈਟ ਵੀ ਕੋਈ ਗੈਸਟ ਆਇਆ ਹੋਵੇ, ਚੀਫ ਮਿਨਿਸਟਰ ਨੇ ਕਿਸੇ ਨੂੰ ਕਿਹਾ ਹੋਵੇ ਬਈ ਆਪਾਂ ਇਹਨਾਂ ਨੂੰ ਖਾਣਾ ਖਵਾਉਣਾ ਹੈ, ਤੇ ਉਹਦੀ ਕੇਟਰਿੰਗ ਕਿਤੋਂ ਤਾਜ ਤੋਂ ਹੋਈ ਜਾਂ ਕਿਤੋਂ ਵੀ ਹੋਈ। ਇਹ ਚੱਲਦਾ ਰਹਿੰਦਾ ਹੈ। ਤੁਸੀਂ ਮਗਰਲੇ ਚੀਫ ਮਿਨਿਸਟਰ ਦਾ ਵੀ ਫਰੋਲੋਗੇ ਤਾਂ ਬੜਾ ਕੁਝ ਚੱਲੇਗਾ। ਇੱਦਾਂ ਮੈਂ ਹੁਣ ਕਹਿ ਦਿਆਂ ਕਿ ਹੁਣ ਦਿੱਲੀ ਤੋਂ ਬਹੁਤ ਬੰਦੇ ਆ ਰਹੇ, ਹੁਣ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਵਿਅਕਤੀ ਆ ਰਹੇ ਜਿਨ੍ਹਾਂ 'ਤੇ ਕਰੋੜਾਂ ਰੁਪਏ ਦਾ ਖਰਚ ਹੋ ਰਿਹਾ ਹੈ। ਮੈਂ ਕਹਿੰਦਾ ਕਿ ਹੈਲੀਕਾਪਟਰ ਖੜਾ ਹੀ ਰਹਿੰਦਾ ਹੈ, ਜਿੱਦੇ ਇਹਨੂੰ ਵਰਤਣਾ ਉੱਦੇ ਪੈਸੇ ਦਿਓ। ਉਹ ਡੇਲੀ ਦੇ ਕੈਰੇਜ, ਉਹ ਜਿਹੜਾ ਪੈਸੇ ਪੈਂਦੇ ਆ, ਉਹ ਕਵਾਂਗੇ ਫਲਾਣੇ ਦੇ ਕਾਰਜਕਾਲ ਵਿੱਚ ਇੰਨੇ ਪੈਸੇ ਪੈ ਗਏ, ਤੁਸੀਂ ਅਗਰ ਰਿਡਿਊਸ ਕਰਨਾ ਹੈ। ਸੋ ਇਹ ਛੋਟੀਆਂ ਛੋਟੀਆਂ ਗੱਲਾਂ। ਪਿੱਛੇ ਜੇ ਖਬਰ ਲੱਗੀ ਸੀ ਮੇਰੇ ਕੋਲ, ਸ਼ਾਇਦ ਉਹਦੀ ਮੈਨੂੰ ਪਤਾ ਸੀ ਤੁਸੀਂ ਸ਼ਾਇਦ ਸਵਾਲ ਪੁੱਛੋਗੇ, 3000 ਰੁਪਇਆ ਇਹ ਲਿਖਿਆ ਸੀ ਕਿ ਕੇਜਰੀਵਾਲ ਡਰੈਂਕ ਸੂਪ ਆਫ ₹3000। ਮੈਂ ਸੂਪ ਦੀ ਗੱਲ ਨਹੀਂ ਕਰਨਾ, ਜੇ ਖਾਣਾ ਵੀ ਖਾਧਾ ਇੱਕ ਦਿਨ ਦਾ 3000 ਰੁਪਏ ਦਾ। ਮੈਂ ਜਦੋਂ ਗਿਆ ਸੀ ਉਦੋਂ ਵੀ ਕੇਜਰੀਵਾਲ ਸਾਹਿਬ ਹਯਾਤ ਹੋਟਲ ਦੇ ਵਿੱਚ ਸੀ, ਲਾਈਕ ਯੂ ਨੋ ਵੈਨ ਅੰਮ੍ਰਿਤਸਰ ਵੇਲੇ ਜਦੋਂ ਅਸੀਂ ਸਰਕਾਰ ਦੇ ਵਿੱਚ ਸੀ। ਸੋ ਸੀਐਮ ਕੀ ਖਾ ਰਿਹਾ ਹੈ, ਕੀ ਪੀ ਰਿਹਾ ਹੈ, ਕੀ ਪਹਿਨ ਰਿਹਾ ਹੈ। ਕੁਝ ਲੋਕਾਂ ਹੁੰਦੀਆਂ ਕੁਝ ਗੱਲਾਂ ਜਿਹੜੀਆਂ ਕਿ ਪ੍ਰੋਟੋਕਾਲ ਆਫਿਸਰਸ ਕਰਦੇ, ਇਹੋ ਜਿਹੀਆਂ ਗੱਲਾਂ ਫਾਲਤੂ ਦੀਆਂ। 13000 ਰੁਪਏ ਦਾ ਦੇਖੋ, 13000 ਪਰ ਪਰਸਨ ਦੀ। ਇਹ ਵੀ ਆਪ ਗਵਰਨਮੈਂਟ ਇਜ਼ ਆਲਸੋ ਅੰਡਰ ਫਾਇਰ ਓਵਰ ਦ lunches at CM Arvind Kejriwal residence last year, the cost whooping Rs 13,000 per person। ਸੋ ਮੇਰੇ ਕਹਿਣ ਦਾ ਮਤਲਬ ਕੀ 13000 ਚ ਖਵਾਇਆ, ਹੁਣ ਮੈਂ ਕੀ ਜਾ ਕੇ ਉਹਨਾਂ ਦੀ ਪਲੇਟ ਗਿਣਨੀ ਹੈ। ਇਹੋ ਜਿਹੀਆਂ ਬਿਲੋ ਬੈਲਟਸ ਜਿਹੜੀਆਂ ਗੱਲਾਂ ਹੈ ਤਾਂ 95 ਕਰੋੜ ਰੁਪਇਆ ਦਿੱਲੀ ਦੇ ਗਵਰਨਰ ਨੇ ਕਹਿਤਾ ਕਿ ਇਹ ਬਈ ਆਮ ਆਦਮੀ ਪਾਰਟੀ ਨੇ ਜਿਹੜਾ ਇੱਧਰ ਉੱਧਰ ਖਰਚ ਕੀਤਾ ਉਹ ਦਿਓ ਸਾਨੂੰ ਵਾਪਸ। ਹੁਣ ਮੈਂ ਇਹਦੇ 'ਚ ਡੀਪਲੀ ਜਾ ਕੇ ਕੀ ਖੀਰਾ ਲਿਆ ਉਹਨੇ, ਕੀ ਸਬਜ਼ੀ ਖਵਾਈ, ਇਹ ਮੈਨੂੰ ਲੱਗਦਾ ਬਿਲੋ ਬੈਲਟ ਜਿਹੜੀਆਂ ਗੱਲਾਂ ਇਹ ਸਰਕਾਰਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ। ਕੋਈ ਚੰਗੀ ਗੱਲ ਕਰੋ, ਖਾਣੇ ਤੇ ਲਾਤੇ ਫਲਾਂ, ਕੱਲ ਨੂੰ ਤੁਸੀਂ ਹੋਰ ਇਹ ਇਲਜ਼ਾਮ ਤਾਂ ਪੰਜਾਬ ਵੱਲੋਂ ਲੱਗੀ। ਤੁਸੀਂ ਹਮੇਸ਼ਾ ਫੋਕਸ ਅਰਵਿੰਦ ਕੇਜਰੀਵਾਲ ਤੇ ਜਵਾਬ ਕਿਉਂ ਦਿੰਦੇ ਹੈਗੇ? ਨਹੀਂ ਤੇ ਪੰਜਾਬ 'ਚ ਵੀ ਤਾਂ ਇਹ ਹੋ ਰਿਹਾ ਹੈ। ਨਹੀਂ ਪੰਜਾਬ ਦੇ ਮੁੱਖ ਮੰਤਰੀ ਤਾਂ ਕੋਈ ਹੋ ਰਹੇ ਨੇ। ਹੁਣ ਇਹ ਵਿਜੀਲੈਂਸ ਡਿਪਾਰਟਮੈਂਟ ਅਰਵਿੰਦ ਕੇਜਰੀਵਾਲ ਤਾਂ ਨਹੀਂ ਰਨ ਕਰ ਰਿਹਾ। ਚਲੋ ਪੰਜਾਬ ਦਾ ਜਿਹੜਾ ਖਰਚਾ ਹੋਰ ਸਾਰਾ ਕੁਝ ਹੀ ਤਾਂ ਉੱਥੋਂ ਰਨ ਹੋ ਰਿਹਾ।
Are you saying कि ਭਗਵੰਤ ਮਾਨ ਸੀਐਮ ਨਹੀਂ ਹੈ? ਨਹੀਂ, ਮੈਂ ਨਹੀਂ ਇਹ ਕਹਿ ਰਿਹਾ ਕਿ ਭਗਵੰਤ ਮਾਨ ਸੀਐਮ ਨਹੀਂ ਹੈ। ਮੈਂ ਕਹਿ ਰਿਹਾ ਕਿ ਤੁਹਾਨੂੰ ਖਰਚਾ ਅੱਜ ਨਹੀਂ ਹੋ ਰਿਹਾ। ਹੁਣ ਮਿਸਟਰ ਚੱਡਾ ਆਉਂਦੇ ਇੱਥੇ, ਉਹਨਾਂ ਦੇ ਖਰਚਾ ਨਹੀਂ ਹੋ ਰਿਹਾ। ਇੱਥੋਂ ਜਿਹੜੀ ਸਿਕਿਉਰਿਟੀ ਅਸੀਂ ਕੇਜਰੀਵਾਲ ਸਾਹਿਬ ਨੂੰ ਦਿੱਤੀ ਵੀ ਹੈ, ਉਹਦੇ ਤੇ ਖਰਚਾ ਨਹੀਂ ਹੋ ਰਿਹਾ। ਮੈਂ ਇਹ ਹੁਣ ਇੱਕ ਜਿਹੜਾ ਫਿਕਸਡ ਵਿੰਗ ਲੈਣ ਦੀ ਗੱਲ ਕਰ ਰਹੇ ਸੀ ਕਿ ਅਸੀਂ ਫਿਕਸਡ ਵਿੰਗ ਲੈਣਾ ਹੈ, ਜਿਹਦੇ ਵਾਸਤੇ ਐਡਵਰਟਾਈਜ਼ ਕੀਤਾ ਗਿਆ। ਆਲਰੇਡੀ ਸਰਕਾਰ ਕੋਲੇ ਹੈਲੀਕਾਪਟਰ ਹੈਗਾ, ਕਿ ਉਹਦੇ ਤੇ ਖਰਚਾ ਨਹੀਂ ਹੋ ਰਿਹਾ। ਮੇਰੇ ਕਹਿਣ ਦਾ ਮਤਲਬ ਐਵੇਂ ਹਰੀਸ਼ ਚੌਧਰੀ ਵੀ ਤਾਂ ਆ ਕੇ ਰਹੇ ਸੀ ਕਿ ਜਦ ਮੈਂ ਕਿਦੋਂ ਕਹਿ ਰਿਹਾ, ਮੈਂ ਤਾਂ ਕਹਿ ਰਿਹਾ ਕਿ ਭਾਈ ਇਹੋ ਜਿਹੇ ਖਰਚੇ ਜਿਹੜੇ ਆ ਚੀਫ ਮਿਨਿਸਟਰਾਂ ਦੇ ਹੁੰਦੇ ਨੇ ਸੋ ਇਹਦੇ ਤੇ ਗੱਲ ਨਹੀਂ ਕਰਨੀ ਚਾਹੀਦੀ। ਨਹੀਂ ਫਾਲਤੂ ਦੀ ਗੱਲ। ਇਹ ਤੁਸੀਂ ਇਦਾਂ ਦੇ ਨਾ ਸਿਸਟਮ ਬਣਾਓ ਕਿ ਕੱਲ ਨੂੰ ਹਰੇਕ ਬੰਦਾ ਫਿਰ ਥੋੜੇ ਖਾਣੇ ਫਰੋਲਣ ਲੱਗ ਪਏ। ਇਹ ਕੋਈ ਗੱਲ ਨਹੀਂ ਹੈ, ਇਹ ਕੋਈ ਮੁੱਦਾ ਨਹੀਂ ਹੈ, ਅੱਜ ਦੀ ਇਹ ਕੋਈ ਚਰਚਾ ਨਹੀਂ ਹੈ। ਲੋਕ ਇਹ ਚਾਹੁੰਦੇ ਆ ਕਿ ਪੰਜਾਬ ਨੂੰ ਤੁਸੀਂ ਕੀ ਡਿਲੀਵਰ ਕਰ ਰਹੇ ਹੋ, ਜੋ ਤੁਸੀਂ ਵਾਅਦੇ ਕੀਤੇ ਸੀ ਉਹ ਪੂਰੇ ਕਰ ਰਹੇ ਹੋ ਕਿ ਨਹੀਂ ਕਰ ਰਹੇ। ਮੈਨੂੰ ਤਾਂ ਕੋਈ ਕੰਸਰਨ ਨਹੀਂ ਭਗਵੰਤ ਮਾਨ ਜੀ ਕੀ ਪਾ ਰਹੇ ਕੀ ਨਹੀਂ ਪਾ ਰਹੇ, ਮੈਨੂੰ ਕੋਈ ਕੰਸਰਨ ਨਹੀਂ ਭਗਵੰਤ ਮਾਨ ਜੀ ਕੀ ਖਾ ਰਹੇ। ਆਫ ਕੋਰਸ ਹੀ ਇਜ਼ ਦ ਚੀਫ ਮਿਨਿਸਟਰ, ਕਿੱਥੇ ਰਹਿ ਰਹੇ ਕਿੱਥੇ ਨਹੀਂ ਰਹਿ ਰਹੇ ਇਹ ਮੈਂ ਛੋਟੀ ਗੱਲ। ਜੇ ਉਹਨਾਂ ਨੇ, ਮੈਂ ਤਾਂ ਇਹ ਕਹਿ ਰਿਹਾ ਵੀ ਪੰਜਾਬ ਦੇ ਮਗਰਲੇ ਮੁੱਖ ਮੰਤਰੀ ਨੇ ਹੈਲੀਕਾਪਟਰ ਰੱਖਿਆ, ਤੁਸੀਂ ਜੇ ਫਿਕਸ ਵਿੰਗ ਦੀ ਵੀ ਜ਼ਰੂਰਤ ਹੈ, ਮੈਂ ਤਾਂ ਬਹੁਤਾ ਰੌਲਾ ਨਹੀਂ ਪਾਇਆ। ਤੁਸੀਂ ਉਹਨੂੰ 8 ਕਰੋੜ ਰੁਪਇਆ ਦੇ ਰਹੇ ਹੋ ਇੱਕ ਜਹਾਜ਼ ਰੱਖਣ ਲਈ, ਆਲਰੇਡੀ ਐਕਸਟਰਾ ਤੁਸੀਂ ਉਹਦੇ ਵਾਸਤੇ ਸਾਰੀ ਤਬਦੀਲੀਆਂ ਕਰ ਰਹੇ ਹੋ। ਕੋਈ ਫਰਕ ਨਹੀਂ। ਹੁਣ ਕੱਲ ਨੂੰ ਕੋਠੀ ਦੀ ਰੈਨੋਵੇਸ਼ਨ ਹੋਣੀ ਹੈ, ਕਿਸੇ ਦੀ ਕਮਰੇ ਦੀ ਹੁੰਦੀ ਹੈ, ਹੁਣ ਕਮਰਾ ਦਿਖਾਈ ਜਾਵੇ। ਸੋ ਇਹੋ ਜੀ ਛੋਟੀ ਗੱਲ 'ਚ ਪੈਣਾ ਨਹੀਂ ਚਾਹੀਦਾ। ਦਿਸ ਇਜ਼ ਅ ਵੈਰੀ ਸਮਾਲ ਥਿੰਗ। ਤੁਸੀਂ ਹੋਰਾਂ ਅਰਬਾਂ ਰੁਪਏ ਦੇ, ਕਰੋੜਾਂ ਰੁਪਏ ਦੇ ਹੋਰ ਜਿਹੜੇ ਫਜ਼ੂਲ ਜਿਹੜਾ ਪੈਸਾ ਲੱਗ ਰਿਹਾ, ਹੁਣ ਐਡਵਰਟਾਈਜ਼ਮੈਂਟ ਤੇ ਕਰੋੜਾਂ ਰੁਪਇਆ ਲੱਗ ਰਿਹਾ ਐਵਰੀ ਡੇ। ਮੈਨੂੰ ਤਾਂ ਇਹ ਵੀ ਪਤਾ ਲੱਗਿਆ, ਨਿਮਰਤ ਜੀ ਤੁਸੀਂ ਦੱਸੋ ਇਹ ਸੱਚ ਹੈ ਕਿ ਨਹੀਂ, ਵੀ ਲੋਕ ਕਹਿ ਰਹੇ ਕਿ ਇਟਸ ਅ ਪੈਕੇਜ ਟੂ ਦਾ ਚੈਨਲਸ ਨਾਓ। ਕਹਿੰਦੇ ਇੱਕ ਪੈਕੇਜ ਦਿੱਤਾ ਹੋਇਆ ਹੈ। ਨਹੀਂ ਇਟਸ ਜਿਵੇਂ ਤੁਸੀਂ ਆਖਿਆ, ਮੈਂ ਕੈਮਰਾਮੈਨ ਨੂੰ ਰਿਕੁਐਸਟ ਕਰਾਂਗੀ ਜਰਾ ਮੇਰੇ ਉੱਤੇ ਦੀ ਔਰ ਸਾਰੀ ਨਾ ਇੱਕ ਲਿਖਾ ਦੋ ਕਿ ਕਿੱਥੇ ਹੈ ਪੈਸਾ। ਨਹੀਂ ਮੈਂ ਤੁਹਾਡੀ ਗੱਲ ਨਹੀਂ ਕਰ ਰਿਹਾ ਯਾਰ, ਇੱਕ ਬਾਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ 26 ਨੂੰ ਯੰਗ ਹੋਣ ਵਾਲੀ ਹੈ, ਇੱਕ ਬਾਰ ਇੱਕ ਪਰਸੈਪਸ਼ਨ ਹੈ ਪੈਕੇਜ ਚੱਲ ਰਿਹਾ ਟੂ ਚੈਨਲਸ। ਮੈਂ ਨਹੀਂ ਕਹਿ ਰਿਹਾ ਕਿ ਤੁਹਾਡਾ ਚੈਨਲ ਉਹਦੇ 'ਚ ਹੈਗਾ, ਨਾ ਹੀ ਮੈਂ ਕਿਸੇ ਦਾ ਨਾਮ ਲੈ ਰਿਹਾ। ਪੈਕੇਜ ਚੱਲ ਰਿਹਾ ਹੈ कि ठीक है, दिस इज अ पैकेज फॉर अ न्यूज, दिस इज अ पैकेज। अगर एंटी न्यूज लगेगी तो 2 लाख माइनस, एंटी न्यूज अगर 5 लगियां तो 10 लाख उस पैकेज उड़ जाएगा। प्रो खबरां लगणियां साडे तो फिर थोनू दिस इज योर पैकेज, दैट इज वन। पैकेज कितने था मतलब भी दस दो। सम पीपल सेज कि पैकेज ਮੈਨੂੰ ਨਹੀਂ ਪਤਾ ਤੁਹਾਡੇ ਹੈਗਾ ਕਿ ਹੈ ਨਹੀਂ। ਮੈਨੂੰ ਤਾਂ ਕੋਈ ਆਫਰ ਨਹੀਂ ਕੀਤਾ, ਨਾ ਕਦੀ ਕਾਂਗਰਸ ਨੇ ਕੀਤਾ, ਨਾ ਕਦੀ ਕਿਸੇ ਹੋਰ ਨੇ ਕੀਤਾ। ਨਹੀਂ ਤੁਹਾਨੂੰ ਤਾਂ ਤੁਹਾਡੇ ਹਾਲਾਤ ਤਾਂ ਲੱਗਦੇ ਨਹੀਂ, ਮੈਨੂੰ ਵੀ ਤੁਹਾਨੂੰ ਕੀਤਾ ਹੋਣਾ ਕਿਸੇ ਨੇ। ਪਰ ਕਿਸੇ ਦਾ ਚੈਨਲ, ਕਿਸੇ ਦਾ ਕਹਿੰਦੇ 50 ਲੱਖ ਦਾ ਪੈਕੇਜ ਹੈ, ਕਿਸੇ ਦਾ 1 CR ਦਾ ਪੈਕੇਜ ਹੈ, ਕਿਸੇ ਦਾ 30 ਲੱਖ ਦਾ ਪੈਕੇਜ ਹੈ। ਇਟਸ ਅ ਚੈਨਲ ਟੂ ਚੈਨਲ ਕਿ ਕਿੱਦਾਂ ਦਾ ਪੈਕੇਜ। ਪਰ ਜੇ ਨੈਗੇਟਿਵ ਦਿਖਾਈ ਤਾਂ ਫਿਰ ਜਦੋਂ ਬਿੱਲ ਬਣਨਾ ਹੈ ਤਾਂ ਉਹਦੇ ਤੇ ਰਾਉਂਡ ਲੱਗ ਜਾਣਾ ਹੈ ਰੈਡ ਕਲਰ ਦਾ ਕਿ 30 ਮਾਈਨਸ। ਫਿਰ ਬਿੱਲ ਬਣੇਗਾ ਤਾਂ ਫਿਰ RTH ਆ ਜਾਏਗਾ। ਜੇ ਇਹੋ ਚੀਜ਼ਾਂ ਸਿੱਧਾ ਹੋਣਗੀਆਂ ਤੇ ਆ ਜਾਣਗੀਆਂ। तो ਐਡਵਰਟਾਈਜ਼ਮੈਂਟ 'ਚ ਦੇ ਦੇਣਗੇ ਕਿ ਇਹਨਾਂ ਨੂੰ। ਹਾਂ ਤੇ ਉਹ ਆ ਹੀ ਰਿਹਾ ਕਿ ਇੰਨੇ ਕਰੋੜਾਂ ਦੀ ਐਡਵਰਟਾਈਜ਼ ਦਿੱਤੀ, ਉਹ ਕਿੱਥੇ ਦੇ ਰਹੇ ਨੇ ਹੁਣ? ਐਡਵਰਟਾਈਜ਼ ਪੰਜਾਬ ਦੇ ਦਿੰਦੇ ਹੈ, ਦਿਖਾ ਗੁਜਰਾਤ 'ਚ ਦੇ ਰਹੇ ਹੈ। ਸੋ ਮੇਰੇ ਕਹਿਣ ਦਾ ਮਤਲਬ ਉਹ ਪੈਕੇਜ ਤਾਂ ਆ ਹੀ ਰਿਹਾ ਨਾ। ਤੁਸੀਂ ਦੇਖਿਆ ਹੀ ਹੈ ਕਿ ਕਰੋੜਾਂ ਰੁਪਇਆ ਐਡਵਰਟਾਈਜ਼ਮੈਂਟ ਤੇ ਲੱਗ ਹੀ ਰਿਹਾ। ਕਾਂਗਰਸ ਨਹੀਂ ਕਦੀ ਕਰਦੀ ਹੁਣ, ਜਿਵੇਂ ਜਿੱਥੇ ਸਟੇਟ ਲੜਨਾ ਹੁੰਦਾ, ਗੁਜਰਾਤ ਲੜਨੀ, ਰਾਜਸਥਾਨ ਤੋਂ ਹੈਲਪ ਨਹੀਂ ਜਾਂਦੀ। ਆਈ ਡੋਂਟ ਨੋ, ਬਟ ਕਾਂਗਰਸ ਇਸ ਤਰ੍ਹਾਂ ਦੀ ਰਾਜਨੀਤੀ ਜੇ ਕਾਂਗਰਸ ਨੇ ਕੀਤੀ ਹੁੰਦੀ ਤਾਂ ਅੱਜ ਫਿਰ ਦੇਸ਼ ਦੇ ਵਿੱਚ ਸਾਡਾ ਰਾਜ ਹੁੰਦਾ। ਕਿਉਂਕਿ ਅਸੀਂ ਤਾਂ ਹਰ ਚੀਜ਼ ਨੂੰ, ਜਿਸ ਤਰ੍ਹਾਂ ਹੁਣ ਏਜੰਸੀਜ਼ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜਿਸ ਤਰ੍ਹਾਂ ਹੁਣ ਮੀਡੀਆ ਦਾ ਇਸਤੇਮਾਲ ਕੀਤਾ ਜਾਂਦਾ ਹੈ, ਤੁਸੀਂ ਦੇਖੋ ਤਾਂ ਸਹੀ ਐਵਰੀਥਿੰਗ ਜਿੰਨਾ ਕਾਂਗਰਸ। ਤੁਸੀਂ ਦੇਖੋ ਰਾਹੁਲ ਗਾਂਧੀ 4000 ਕਿਲੋਮੀਟਰ ਚੱਲ ਰਿਹਾ ਹੈ। ਆਫਟਰ ਡਾਂਡੀ, ਮਹਾਤਮਾ ਗਾਂਧੀ, ਇੱਕ ਬੰਦਾ ਟੀ-ਸ਼ਰਟ ਪਾ ਕੇ, ਤੁਸੀਂ ਮਗਰਲੇ ਟੀ-ਸ਼ਰਟ ਦੇ ਅੰਦਰ ਕੋਈ ਹੀਟਰਸ ਲਾਏ ਹੋਏ? ਆਈ ਡੋਂਟ ਥਿੰਕ ਸੋ। ਨਹੀਂ ਦਿਮਾਗ ਚੀਟਰ ਹੈ, ਦਿਮਾਗ ਚੀਟਰ ਹੈ। ਯੂ ਜਾ ਕੇ ਦੇਖ ਲਓ ਵੀ ਹੀਟਰ ਲੱਗਿਆ ਕਿ ਨਹੀਂ। ਮੈਨੂੰ ਕਈ ਵਾਰ ਲੱਗਦਾ ਕਿ ਇੰਨੀ ਉੱਚਾ ਪਹੁੰਚ ਗਏ ਨੇ ਕਿ ਉਹਨਾਂ ਨੂੰ ਹੁਣ ਨੀਚੇ ਕਮਿਊਨੀਕੇਟ ਕਰਨਾ ਔਖਾ ਹੋ ਜਾਏਗਾ। ਕਿਉਂ? ਬਿਕੋਜ਼ ਜਿਸ ਲੈਵਲ ਤੇ ਇਫ ਯੂ ਸੀ ਜਿਹੜੀ ਸਿਆਸਤ ਜਿਹੜੀ ਮੰਚਾਂ ਤੋਂ ਖੇਡੀ ਜਾਂਦੀ ਹੈ, ਜਿਹੜੇ ਸਪੀਚਾਂ ਹੁੰਦੀਆਂ, ਉਹਦੇ ਲਈ ਰਾਹੁਲ ਗਾਂਧੀ ਦਾ ਕੱਦ, ਮਤਲਬ ਜਿਹੜੀ ਸੋਚ ਹੈ, ਮਤਲਬ ਉਹ ਬਹੁਤ ਹੀ ਜ਼ਿਆਦਾ ਉਹ ਹਾਈਫਾਈ ਨਹੀਂ ਹੋਗੀ। ਸੋਚ ਹਾਈਫਾਈ ਨਹੀਂ ਹੋ ਸਕਦੀ। ਮੈਨੂੰ ਲੱਗਦਾ ਕਿ ਉਹਨਾਂ ਵਿੱਚ ਮੈਨੂੰ ਪਿਆਰ ਨਜ਼ਰ ਆਉਂਦਾ, ਕੰਪੈਸ਼ਨ ਨਜ਼ਰ ਆਉਂਦਾ। ਤੁਸੀਂ ਦੇਖੋ ਨਾ, ਹੈਵ ਯੂ ਹਰਡ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਨਫ਼ਰਤ ਕੇ ਬਾਜ਼ਾਰ में, ਸੁਣਿਆ ਹੋ ਤੁਸੀਂ? नहीं मैंने सुना। He said नफरत के बाजार में मैं प्यार का बीज बोने आया हूँ इस यात्रा के माध्यम से। कहते मैं यूं करता हूँ जो मैं वही बंदी, I can see the compassion। नहीं he said मैं यूं करता हूँ, बीजेपी के कार्यालय पे लोग खड़े होते हैं तो वो यूं कर लेते हैं, फिर मैं उनको यूं करता हूँ तो फिर वो थोड़ा सा करते हैं। मेरा मानना है कि मैंने प्यार का बीज बोना है। So what he is trying to be very honest,
ਮੈਂ ਮੰਨਦੀ ਹਾਂ ਕੀ ਟਰਾਈ ਕਰ ਰਿਹਾ, ਮੈਂ ਉਹਨਾਂ ਨੂੰ ਕਾਫੀ ਫੋਲੋ ਕਰਦੀ ਹਾਂ ਨਾ, ਕੁਆਇਟ ਮੈਨੂੰ ਉਹਨਾਂ ਦੀ ਗੱਲਾਂ ਬੜੀਆਂ ਚੰਗੀਆਂ ਲੱਗਦੀਆਂ, ਪਰ ਜਦ ਅਸੀਂ ਪੋਲਿਟਿਕਸ ਦੀ ਗੱਲ ਕਰਦੇ ਹਾਂ ਨਾ, ਮਾਸਸ ਲਈ ਗੱਲ ਕਰਦੇ ਹਾਂ, ਤਾਂ ਗੱਲ ਕੁਝ ਹੋਰ ਹੋ ਜਾਂਦੀ ਹੈ। ਉਹ ਜੋ ਰਸਤੇ ਵਿੱਚ ਚੱਲ ਰਹੇ ਆ, ਪਿਆਰ ਆ ਦੇਖਦੇ ਉਹਨਾਂ ਦੇ ਲੋਕ ਕਿੱਦਾਂ ਆ ਰਹੇ, ਉਹਨਾਂ ਨੂੰ ਦਿੱਲੀ ਚੁੰਗਾਰਾ ਦੇਖਿਆ, ਪਰ ਜਦੋਂ ਮੰਚ ਤੇ ਆਣਗੇ, ਜਿੱਦਾਂ ਇਦਾਂ ਦੀਆਂ ਗੱਲਾਂ ਕਰਨਗੇ ਕਿ ਵੀ ਮੈਂ ਰਾਹੁਲ ਗਾਂधी ਕਹਾਂ ਹੈ, ਮੈਂ ਤਾਂ ਨਹੀਂ ਹਰਾਉ, ਮੈਂ ਰਾਹੁਲ ਗਾਂधी को ਪਿੱਛੇ ਛੋੜ ਆਇਆ। ਹੁਣ ਇਹ ਗੱਲ ਬਹੁਤ ਹੀ ਜ਼ਿਆਦਾ ਜਿਹੜਾ ਫਿਲਾਸਫੀ ਵਿੱਚ ਗਿਆ ਬੰਦਾ ਸਮਝ ਆਏਗਾ। ਜਿਹੜਾ ਆਮ ਇਨਸਾਨ ਹੈ, ਜਿਹਨੂੰ ਰੋਟੀ ਕੱਪੜਾ ਮਕਾਨ ਨਾਲ ਪਰਵਾਹ ਹੈ, ਉਹਨੂੰ ਸੁਣਨਾ ਹੈ ਕਿ ਮੈਨੂੰ ਨੌਕਰੀਆਂ ਕਿੱਥੋਂ ਮਿਲ ਰਹੀਆਂ, ਮੈਨੂੰ ਪੈਸੇ ਰਾਹੁਲ ਗਾਂਧੀ ਉਸ ਲੈਵਲ ਤੋਂ ਉਸ ਲੈਵਲ ਤੇ ਕਿੱਦਾਂ। ਸੋ ਆਈ ਥਿੰਕ ਦਿਸ ਇਜ਼ ਦ ਬੈਸਟ ਵੇ, ਜਿੰਨਾ ਰਾਹੁਲ ਗਾਂਧੀ ਜੀ ਨੇ ਹੁਣ ਸਿੱਖਿਆ ਹੋਣਾ ਹੈ ਵਾਈਲ ਵਾਕਿੰਗ ਮੀਟਿੰਗ ਪੀਪਲ, ਕਿ ਕਿੱਦਾਂ ਜਿਹੜੇ ਬੇਰੋਜ਼ਗਾਰ ਲੋਕ ਮਿਲੇ, ਮਜ਼ਦੂਰ ਲੋਕ ਮਿਲੇ, ਕਿੱਦਾਂ ਉਹਨਾਂ ਨੂੰ ਦੇਖਿਆ ਵੀ ਕਿੱਦਾਂ ਰਹਿੰਦੇ। ਮੇਰੇ ਖਿਆਲ ਜੋ ਐਕਸਪੀਰੀਅੰਸ ਇਸ ਯਾਤਰਾ ਤੋਂ ਬਾਅਦ ਰਾਹੁਲ ਗਾਂਧੀ ਦੇ ਮਨ ਦੇ ਵਿੱਚ ਹਰ ਇੱਕ ਚੀਜ਼ ਦੇ ਆਨਸਰ ਹੋਣੇ ਆ, ਉਹ ਪਹਿਲਾਂ ਨਹੀਂ ਸੀ। ਤੁਸੀਂ ਜਦੋਂ ਗਰਾਊਂਡ ਤੇ ਜਾਂਦੇ, ਟੈਸਟ ਜ਼ਿਆਦਾ ਦੂਰ ਨਹੀਂ ਹੈ, ਫਿਰ 24 ਆਉਣ ਵਾਲੀ ਹੈ, ਟੈਸਟ ਤਾਂ ਹੋਏਗਾ, ਬਟ ਵੀ ਹੈਵ ਟੂ ਸੀ ਕਿ ਉਹ ਪਿਆਰ ਨੂੰ ਵੋਟ ਕਿੱਦਾਂ ਤਬਦੀਲ ਕਰਨਗੇ। ਐਂਡ ਮੇਰਾ ਤਾਂ ਸਮਝ ਰਹੇਗਾ ਕਿ ਵੀ ਕਾਂਗਰਸ ਨੂੰ ਕਿੱਦਾਂ ਜੋੜਨਗੇ। ਸੱਚ ਮੈਂ ਦੱਸਾਂ ਤੁਹਾਨੂੰ ਇਹ ਹਰ ਬੰਦੇ ਨੂੰ ਲੱਗਦਾ ਕਿ ਹੀ ਇਜ਼ ਡੂਇੰਗ ਅ ਯਾਤਰਾ ਜਸਟ ਬਿਕੋਜ਼ ਟੂ ਕਾਂਗਰਸ ਨੂੰ ਦੁਬਾਰੇ ਰਿਵਾਈਵ ਕਰਨਾ ਹੈ ਜਾਂ ਮੋੜ ਕੇ ਲੈ ਕੇ ਆਉਣਾ ਹੈ। ਨਹੀਂ, ਇਹ ਕਨਸੈਪਟ ਨਹੀਂ ਹੈ। ਮੈਂ ਤਾਂ 1-to-1 ਗੱਲ ਕੀਤੀ ਹੈ, ਮੈਂ ਕਿਹਾ ਵਾਈ ਯੂ ਆਰ ਨਾਟ ਗੋਇੰਗ ਟੂ ਹਿਮਾਚਲ, ਤੁਸੀਂ ਹਿਮਾਚਲ ਨਹੀਂ ਜਾ ਰਹੇ, ਤੁਸੀਂ ਇਹ ਤਾਂ ਗਲਤ ਹੈ ਨਾ, ਫॉर ਅ ਪੋਲਿਟੀਕਲ ਪਾਰਟੀ ਤਾਂ ਗਲਤ ਹੈ। ਨਹੀਂ ਹੀ ਸੈਡ ਮੈਂ ਚਾਹਨਾ ਕਿ ਮੇਰਾ ਸੰਗਠਨ ਇੰਨਾ ਕੁ ਮਜ਼ਬੂਤ ਹੋਵੇ, ਉਹ ਆਪਣੀ ਆਪ ਉੱਥੇ ਲੜਾਈ ਲੜਨ, ਨਾਟ ਜਸਟ ਰਾਹੁਲ ਗਾਂਧੀ ਜਾਏਗਾ ਤਾਂ ਫਿਰ ਹੋਏਗਾ। ਲੇਕਿਨ ਰਾਜਾ ਮੇਰੇ ਲਈ ਇਸ ਤੋਂ ਵੀ ਵੱਧ ਦੇਸ਼ ਹੈ, ਦੇਸ਼ ਦੇ ਸੰਵਿਧਾਨ ਨੂੰ ਬਚਾਉਣਾ ਹੈ, ਦੇਸ਼ ਦੇ ਵਿੱਚ ਜਿਹੜੀਆਂ ਬੁਰਾਈਆਂ ਉਹਨਾਂ ਦੇ ਖਿਲਾਫ ਲੜਨਾ ਹੈ। ਕੋਈ ਵਿਅਕਤੀ ਤਾਂ ਕੱਲ ਮਿਸਟਰ ਗਾਂਧੀ ਨੇ ਇੱਕ NGO ਦੇ ਉੱਥੇ ਪ੍ਰੋਗਰਾਮ ਤੇ ਆਈ ਹੈਵ ਹਰਡ ਕਿ ਭੋਗ ਤੇ ਬੋਲ ਰਿਹਾ ਸੀ, ਸੈਡ ਵਨ ਮੈਨ ਜਿਹਨੇ ਜ਼ਰੂਰਤ ਕੀਤੀ ਹੈ ਸਰਕਾਰ ਦੇ ਖਿਲਾਫ ਖੜਨ। ਐਂਡ ਟੂ ਬੀ ਵੈਰੀ ਓਨੈਸਟ, ਰਾਹੁਲ ਗਾਂਧੀ ਇਜ਼ ਦਾ ਵਨ ਮੈਨ ਜਿਹੜਾ ਕਿ BJP ਦੇ ਸਾਹਮਣੇ ਹੈ, ਸਟੈਂਡ ਕਰਕੇ ਬਿਲਕੁਲ ਇਦਾਂ ਖੜਾ, ਅਦਰਵਾਈਜ਼ ਆਲ ਸਾਰਿਆਂ ਨੂੰ ਉਹਨਾਂ ਨੇ ਚੁਕਾ ਲਿਆ। ED ਦੇ 50-50 ਘੰਟੇ ਬੈਠ ਕੇ ਡਰਾ ਕੇ ਧਮਕਾ ਕੇ, then also he said ਕਿ ਹੋਇਆ RSS ਨੇ। ਮੈਂ ਮੰਨਦੀ ਹਾਂ ਰਾਹੁਲ ਗਾਂਧੀ, I do not deny anything, but ਰਾਹੁਲ ਗਾਂਧੀ ਦੀ ਇੱਕ ਜ਼ਿੰਮੇਵਾਰੀ ਹੈ, ਭਾਵੇਂ ਉਹਨਾਂ ਨੇ ਖੜਗੇ ਜੀ ਨੂੰ ਲਾਤਾ ਹੈ, ਰਾਹੁਲ ਗਾਂਧੀ ਇਜ਼ ਅ ਪੋਲੀਟੀਸ਼ੀਅਨ। ਉਹਨਾਂ ਦਾ ਪਰਸਨਲ ਜਰਨੀ ਨਹੀਂ ਹੈ, ਉਹ ਕੋਈ ਉਹ ਸੰਤ ਮਹਾਤਮਾ ਨਹੀਂ ਹੈ ਜਿਨ੍ਹਾਂ ਨੇ ਇੱਕ NGO ਚਲਾਉਣਾ, ਉਹਨਾਂ ਨੇ ਦੇਸ਼ ਚਲਾਉਣ ਦੀ ਉਹਨਾਂ ਦੀ ਜ਼ਿੰਮੇਵਾਰੀ ਹੈ। ਕਾਂਗਰਸ ਨੂੰ ਜੋੜਨਾ ਹੈ। ਅੱਜ ਉਹਨਾਂ UP ਵਿੱਚ ਜਾਣਗੇ, ਆਪੋਜੀਸ਼ਨ ਉਹਦੇ ਨਾਲ ਨਹੀਂ ਹੈ। ਆਪੋਜੀਸ਼ਨ ਜਦ ਨਾਲ ਨਹੀਂ ਹੁੰਦੀ ਹੈ, ਵੋਟਾਂ ਵਾਰ-ਵਾਰ ਦੇਖਿਆ ਕਾਂਗਰਸ ਦੀਆਂ ਕੱਟਦੀਆਂ, ਗੋਆ ਹੋ ਜਾਏ, ਗੁਜਰਾਤ ਹੋ ਜਾਏ, ਕੱਟਦੀਆਂ, ਸੋ ਉਹਨਾਂ ਨੂੰ ਉੱਥੇ ਵੀ ਆਉਣਾ ਪਏਗਾ। ਖੈਰ ਚਲੋ, ਅੱਜ ਰਾਹੁਲ ਗਾਂਧੀ ਸੋਚੋ ਦੇਖਾਂਗੇ। ਪੰਜਾਬ ਬਾਰੇ ਤੁਸੀਂ ਹੁਣ ਆਲਮੋਸਟ ਹੁਣ ਸਾਲ ਹੋ ਗਿਆ, ਤੁਸੀਂ ਪਿਛਲੀ ਵਾਰੀ ਕਿਹਾ ਸੀ ਮੈਂ ਬੜੀ ਜਲਦੀ 9 ਮਹੀਨੇ ਹੋ ਗਏ, 8 ਮਹੀਨੇ ਦਾ ਪਿਛਲੇ ਰਿਪੋਰਟ ਕਾਰਡ ਆਇਆ ਸੀਗਾ, ਸੋ ਸੋਚਿਆ ਕਿ ਵੀ ਹਾਂ ਹੁਣ ਤੁਸੀਂ ਕਿਹਾ ਸੀ ਮੈਂ ਇੰਨੀ ਜਲਦੀ ਦੱਸਣਾਵਾਂਗਾ ਨਾ ਕਿ ਵੀ ਕੀ ਹੋ ਰਿਹਾ, ਹੁਣ ਕੀ ਕਹਿੰਦੇ ਹੋ? ਅਜੇ ਵੀ ਸੋਚ ਰਹੇ ਹੋ ਕਿ ਹੁਣ ਕੁਝ ਆਈਡੀਆ ਹੋ ਗਿਆ? ਸੁਣਾਉਣ ਨੂੰ ਹੈ ਹੀ ਨਹੀਂ, ਕੀ ਸੁਣਾਵਾਂ ਮੈਂ, ਸਭ ਕੁਝ ਕੰਮ ਖਤਮ ਕਰ ਦਿੱਤਾ। ਕੋਈ ਐਸੀ ਚੀਜ਼ ਨਹੀਂ ਹੈ ਜਿਸ ਤੇ ਅਸੀਂ ਡਿਸਕਸ਼ਨ ਕਰ ਸਕੀਏ। ਪੰਜਾਬ ਖਤਮ ਕਰਤਾ, ਪੰਜਾਬੀਅਤ ਖਤਮ ਕਰਤੀ, ਪੰਜਾਬ ਦਾ ਰੋਬ ਖਤਮ ਕਰਤਾ। ਪੰਜਾਬੀਅਤ ਮੇਰੇ ਸਾਹਮਣੇ ਬੈਠੀ ਹੈ, ਨਹੀਂ ਮੈਂ ਸਰਕਾਰ ਦੀ ਗੱਲ ਕਰ ਰਿਹਾ। ਯੂ ਆਰ ਸੇਇੰਗ ਨਾਟ, ਮੈਂ ਆਪਦੀ ਆਪਣੀ ਗੱਲ ਰਿਹਾ। ਸ਼ਾਇਦ ਇਸੇ ਕਰਕੇ ਪਗੜੀ ਦਾ ਮੰਚ ਵਿਚਾਰ ਸੱਚੇ ਪਾਤਸ਼ਾਹ ਨੇ ਲਿਆਂਦਾ ਹੋਵੇ। ਪੰਜਾਬੀਅਤ ਖਤਮ ਹੋ ਗਈ, ਲਾਅ ਐਂਡ ਆਰਡਰ ਖਤਮ ਹੋ ਗਿਆ, ਵਾਅਦੇ ਅਸੀਂ ਮੁੱਕਰ ਗਏ। ਲਾਅ ਐਂਡ ਆਰਡਰ ਤੇ ਸਾਰੇ ਕਹਿੰਦੇ ਕਿ ਦਿਸ ਸਰਕਾਰ ਹੈਜ਼ ਫੇਲਡ, ਬਟ ਇਹ ਜਿਹੜੇ ਗੈਂਗਸਟਰਸ ਨੇ, ਜਿਹੜੇ ਨਸ਼ੇ ਦਾ ਵਪਾਰ ਹੈ, ਇਹਨਾਂ ਨੇ ਤੇ ਆ ਕੇ ਕ੍ਰੀਏਟ ਨਹੀਂ ਕੀਤਾ 8 ਮਹੀਨਿਆਂ ਤੇ ਪਹਿਲਾਂ ਹੀ ਚੱਲਦਾ ਆ ਰਿਹਾ ਸੀਗਾ। ਕਿ ਇਹ ਨਹੀਂ ਕਿ ਇੱਕ ਵਾਰੀ ਤੁਸੀਂ ਦਵਾਈ ਮਾਰਦੇ ਹੋ ਸਾਰੇ ਕਾਕਰੋਚ ਬਾਹਰ ਦੌੜ ਕੇ ਆਉਂਦੇ ਹੈ, ਕਿ ਉਹ ਵਾਲਾ ਘਬਰਾਹਟ ਨਹੀਂ ਹੈ। 8-9 ਨਹੀਂ ਘਬਰਾਹਟ ਮੈਂ ਥੋੜੀ ਕਹਿ ਰਿਹਾ ਮੈਂ ਨੋ ਇਟਸ ਨਾਟ, ਕਿਉਂਕਿ ਇਹ ਬਣੇ ਤਾਂ ਪਹਿਲਾਂ ਦੇ ਹੋਏ ਨੇ ਨਾ। ਬਿਲਕੁਲ ਬਣੇ ਪਹਿਲਾਂ ਦੇ ਹੋਣਗੇ ਨਿਮਰਤ ਜੀ, ਬਟ ਹੁਣ 9 ਮਹੀਨੇ ਹੋ ਗਏ, ਤੁਸੀਂ ਉਹਨੂੰ ਖਤਮ ਕਰ ਦੀ। ਇਸ ਤਰ੍ਹਾਂ ਦੀ ਨੌਬਤ ਨਹੀਂ ਸੀ। ਤੁਸੀਂ ਦੇਖਿਆ ਸਾਡੀ ਸਰਕਾਰ ਦਾ ਬੀਟ ਅਮਰਿੰਦਰ ਸਿੰਘ ਦੇ ਜਦੋਂ ਕਾਂਗਰਸ ਦੀ ਸਰਕਾਰ ਸੀਗੀ, ਆਲਦੋ ਵਰਕਰ ਮਾਰਤਾ, ਕਾਂਗਰਸ ਮਾਰਤੀ, ਕੋਈ ਪਿਆਰ ਨਹੀਂ ਸੀ, ਕੋਈ ਗੱਲਬਾਤ ਨਹੀਂ ਸੀ, ਲੇਕਿਨ ਇਸ ਤਰ੍ਹਾਂ ਦੇ ਹਾਲਾਤ ਪੰਜਾਬ 'ਚ ਨਹੀਂ ਸੀ। ਤੁਸੀਂ ਦੇਖਿਆ ਹੋਣਾ ਪਿਛਲੀ ਸਰਕਾਰ 'ਚ ਵੀ। ਤੁਸੀਂ ਦੇਖੋ ਇਹ ਸਰਕਾਰਾਂ ਦਾ ਫਰਕ ਹੈ। ਮੈਂ ਅਜੇ ਵੀ ਮੰਨਦੀ ਹਾਂ ਕਿ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਪਹਿਲਾਂ 2 ਸਾਲ ਕਾਫੀ ਸੁਧਾਰ ਸੀਗਾ, ਬਟ ਆਫਟਰ ਦੈਟ ਸਪੈਸ਼ਲੀ ਕੋਵਿਡ ਦੇ ਦੌਰਾਨ ਪਿੰਡ ਨਸ਼ਾ ਵਿਕਿਆ, ਹੋਮ ਡਿਲੀਵਰੀ ਆਫ ਸ਼ਰਾਬ ਵਿੱਚ MLAs ਆਪ ਇਨਵੋਲਵਡ ਸੀਗੇ। MLAs ਨੇ MLAs ਤਾਂ ਹੋ ਸਕਦਾ ਨਾ ਇਨਵੋਲਵਡ ਹੋਣ, ਨਿਮਰਤ ਜੀ ਕਾਫੀ ਸੀਗੇ। ਚਲੋ ਹਫਤਾ ਵੀ ਮੈਂ ਸੁਣਿਆ ਲੈਂਦੇ ਆ ਨੇ ਜਿਹੜੇ ਦੇਸੀ ਸ਼ਰਾਬ ਵਾਲਿਆਂ ਉਹਨਾਂ ਲੋਕਾਂ ਨੇ ਕਿਉਂ ਨਾਰਾਜ਼ਗੀ ਦਿਖਾਈ ਆਪਣੀ, ਲੋਕਾਂ ਦਾ ਵੀ ਕੋਈ ਗੁੱਸਾ। ਮੈਂ ਤੁਹਾਨੂੰ ਕਿਦੋਂ ਕਹਿ ਰਿਹਾ, ਮੈਂ ਤਾਂ ਕਹਿ ਰਿਹਾ ਕਿ ਸਰਕਾਰ ਜੇ ਸਰਕਾਰ ਠੀਕ ਚੱਲਦੀ ਹੁੰਦੀ ਤਾਂ ਫਿਰ ਅਸੀਂ ਸਰਕਾਰ ਦੁਬਾਰਾ ਬਣਾਉਣੀ ਸੀ।
ਸੋ ਮੈਂ ਤੁਹਾਡੇ ਨਾਲ ਇਹਨਾਂ ਸਿਸਟਮ ਤਮਾਮ ਨੂੰ ਤੋੜਨ ਲਈ ਜੇ ਕੋਈ ਸਖਤੀ ਦਿਖਾ ਰਿਹਾ, ਬਿਕੋਜ਼ ਅਸੀਂ ਦੇਖਿਆ ਕਿ 800 ਕਰੋੜ ਦੇ ਨਸ਼ੇ ਇੱਕ ਵਾਰੀ ਸਾੜੇ ਗਏ ਨੇ, ਸੋ ਕੁਝ ਤਾਂ ਕੋਸ਼ਿਸ਼ ਕਰ ਰਹੀ ਹੋਣੀ ਹੈ। ਯਾਰ ਮੈਂ ਤੁਹਾਨੂੰ ਕਹਿ ਰਿਹਾ ਕਿ ਰਾਜੇ ਵੜਿੰਗ ਨੇ ਤਾਂ ਕਹਿਣਾ ਕਿ ਨਸ਼ਾ ਵਿਕ ਰਿਹਾ, ਕਿਉਂਕਿ ਮੈਂ ਤਾਂ ਆਪੋਜੀਸ਼ਨ 'ਚ ਹੈਗਾ, ਮੈਂ ਪਾਰਟੀ ਦੀ ਤਾਰੀਫ ਕਿੱਦਾਂ ਕਰ ਸਕਦਾ, ਕਿਸੇ ਨੂੰ ਲੱਗਦਾ ਹੋਏਗਾ ਆਲਦੋ ਜਿਹੜਾ ਕੋਈ ਚੰਗਾ ਕੰਮ ਕਰੇਗੀ ਸਰਕਾਰ, ਤਾਂ ਮੈਂ ਇਹ ਵੀ ਕਹਿ ਦਾਂਗਾ ਕਿ ਸਰਕਾਰ ਇਜ਼ ਡੂਇੰਗ ਅ ਵੰਡਰਫੁਲ ਜੌਬ। ਇੱਕ ਚੀਜ਼ ਤੇ ਕਹਿ ਸਕਦੇ ਹੋ ਚੰਗਾ ਕੰਮ ਕੀਤਾ ਹੈ? ਕਿਹੜੀ ਦਾ ਪੁੱਛ ਰਹੀ ਹਾਂ, ਕਿਸੇ ਇੱਕ ਚੀਜ਼ ਤੇ ਕਹਿ ਸਕਦੇ ਹੋ? ਸਮਝ ਨਹੀਂ ਆ ਰਹੀ ਹੈ ਜੀ, ਕਿਸ ਗੱਲ ਤੇ ਕਹਾਂ? ਯੂ ਟੈਲ ਮੀ। ਤੁਸੀਂ ਮੈਨੂੰ ਦੱਸ ਦਿਓ, ਰੇਤੇ ਦਾ ਬਹੁਤ ਵੱਡਾ ਮੁੱਦਾ ਸੀ, ਲਾਅ ਐਂਡ ਆਰਡਰ ਦਾ ਮੁੱਦਾ ਖਰਾਬ ਹੋ ਗਿਆ ਸਾਰਾ, ਜੋ ਹਾਲਾਤ ਨੇ ਪੰਜਾਬ ਦੇ ਵਿਗੜਦੇ ਜਾਂਦੇ ਨੇ, ਸੜਕਾਂ ਤੇ ਜਿਹੜੇ ਤੁਸੀਂ ਦੇਖਿਆ ਕਿ ਰਾਜਪੁਰਾ ਹਾਈਵੇ ਅੱਜ ਜਾਮ ਹੈ, 4.5 ਸਾਲਾਂ ਬਾਅਦ ਟਰੱਕ ਯੂਨੀਅਨ ਵਾਲਿਆਂ ਨੇ ਧਰਨਾ ਲਾਇਆ। ਇਹਨਾਂ ਦਾ ਪਹਿਲੇ ਸਾਲ ਧਰਨਾ ਰਾਜਪੁਰਾ ਹਾਈਵੇ ਨੂੰ ਜਾਮ ਨੂੰ 4 ਮਹੀਨੇ ਹੋ ਗਏ। ਤੁਸੀਂ ਦੇਖਿਆ ਵਾਟ ਇਜ਼ ਹੈਪਨਿੰਗ ਇਨ ਜੀਰਾ ਫੈਕਟਰੀ? ਜ਼ੀਰਾ ਫੈਕਟਰੀ ਮਾਰਿਆ ਕਿਉਂ ਤੁਸੀਂ ਉਹਨਾਂ ਨੂੰ? ਨਹੀਂ, ਫਿਰ ਹੁਣ ਛੱਡਿਆ ਕਿਉਂ? ਨਹੀਂ, ਪਰ ਲਗਾਈ ਤਾਂ ਮੈਂ ਕਿ ਸਰਕਾਰ ਚੱਲ ਹੀ ਨਹੀਂ ਰਹੀ। ਮੈਂ ਕਿਸ ਤੇ ਤਾਰੀਫ ਕਰਾਂ? ਤੁਸੀਂ ਦੱਸ ਦਿਓ ਕੀ ਹੈ? ਸਰਕਾਰ ਚੱਲ ਹੀ ਨਹੀਂ ਰਹੀ ਹੈ। ਜਾਂ ਤਾਂ ਤੁਸੀਂ ਦੱਸ ਦਿਓ ਕਿ ਆਹ ਪੁਆਇੰਟ ਹੈ, ਤੁਸੀਂ ਦੱਸ ਦਿਓ ਬੀਇੰਗ ਏ ਜਰਨਲਿਸਟ ਕਿ ਆਹ ਕੰਮ ਤਾਂ ਚੰਗਾ ਹੋ ਰਿਹਾ। ਪੱਕਾ ਮੈਂ ਕਹੂੰਗਾ ਚੰਗਾ ਹੋ ਰਿਹਾ। ਮੈਂ ਨਹੀਂ ਬੋਲਾਂਗੀ, ਬਿਕੋਜ਼ ਫॉर्चुनेटली ਮੈਂ ਸਵਾਲ ਪੁੱਛਣ ਵਾਲੀ ਕੁਰਸੀ ਵਿੱਚ ਹੈਗੀ ਹਾਂ, ਪਰ ਨਹੀਂ ਜਵਾਬ ਕੋਈ ਦੇਣ ਚੰਗਾ। ਵਾਲੀ। ਮੈਂ ਅਗਰ ਕੋਈ ਕੰਮ ਚੰਗਾ ਹੋਏਗਾ, ਉਹ ਜ਼ਮੀਨ ਛਡਾਉਣ ਵਾਲਾ ਚੰਗਾ ਕੰਮ ਸੀਗਾ ਸਰਕਾਰ ਦਾ, ਜੀ, ਜ਼ਮੀਨਾਂ ਛਡਾ ਰਹੀ ਸੀ, ਪਰ ਉਹ ਵੀ ਛੁੱਟ ਨਹੀਂ ਰਹੀਆਂ। ਐਡਵਰਟਾਈਜ਼ਮੈਂਟ, ਮੈਂ ਪਹਿਲਾਂ ਸ਼ੁਰੂ ਚ ਇੰਟਰਵਿਊ ਦੇ ਕਿਹਾ ਕਿ ਟੂ ਮੱਚ ਐਡਵਰਟਾਈਜ਼ਮੈਂਟਸ, ਕਿ ਆਹ ਛਡਾ ਲਈ, ਉਹ ਜ਼ਮੀਨ ਛਡਾ ਲਈ, ਉਹ ਸਟੇ ਹੋ ਗਈਆਂ ਸਾਰੀਆਂ। ਕੋਈ ਕਿੱਲਾ ਦਿਖਾ ਦੇਣ ਕਿ ਆਹ ਛਡਾ ਕੇ ਅਸੀਂ ਗਰੀਬਾਂ ਨੂੰ ਕੱਢਤਾ, ਜਾਂ ਇੱਥੇ ਅਸੀਂ ਆਹ ਪ੍ਰੋਜੈਕਟ ਲਾਤਾ, ਇੱਥੇ ਇੰਡਸਟਰੀ ਲਾਤੀ, ਇੱਥੇ ਅਸੀਂ ਆਹ ਮੈਡੀਕਲ ਕਾਲਜ ਬਣਾਤਾ। ਇੱਕ ਜ਼ਮੀਨ ਜਿਹੜੀ ਛਡਵਾਈ ਹੈ ਉਹਦੇ ਤੇ ਦੱਸ ਦੇਣ। ਉਹ ਸਾਰੀਆਂ ਭੰਬਲ ਭੂਸਾ ਅਮਲਾ ਫਮਲਾ ਫੋਰਸ ਲੈ ਕੇ ਚਲੇ ਗਏ ਕਿ ਆਹ ਜ਼ਮੀਨ ਛਡਾਤੀ। ਬਹੁਤ ਚੰਗਾ ਕਦਮ ਹੈ, ਵੈਰੀ ਗੁੱਡ ਇਨੀਸ਼ੀਏਟਿਵ। ਛਡਾਉਣੀ ਚਾਹੀਦੀ ਹੈ ਲੋਕਾਂ ਤੋਂ ਜ਼ਮੀਨ। ਦੇ ਹੈਵ ਸਟਾਰਟਡ ਅ ਵੈਰੀ ਗੁੱਡ ਉਪਰਾਲਾ, ਚੰਗਾ ਸੀ, ਇਨੀਸ਼ੀਏਟਿਵ ਚੰਗਾ ਸੀਗਾ, ਲੇਕਿਨ ਉਹ ਵਿੱਚੇ ਵਿਚਾਲੇ ਚਲੋ ਅੱਜ ਨਵਾਂ ਸਾਲ ਦੀ ਪਹਿਲੀ ਇੰਟਰਵਿਊ ਹੈ ਮੇਰੀ, ਤੁਹਾਡੀ ਪਤਾ ਨਹੀਂ ਦੂਜੀ ਤੀਜੀ ਕਿੰਨੀ ਹੋਏਗੀ, ਪਰ ਮੇਰੀ ਪਹਿਲੀ ਸੋ ਲੈਟਸ ਲੀਵ ਇਟ ਐਟ ਅ ਪੋਜ਼ਿਟਿਵ ਨੋਟ ਕਿ ਕੰਮ ਤਾਂ ਚੰਗਾ ਕੀਤਾ। ਵਿਰੋਧੀ ਤੇ ਕਹਿ ਰਹੇ ਇਹ ਛੁਡਵਾਉਣ ਵਾਲਾ ਕੰਮ ਜਿਹੜਾ ਚੰਗਾ ਸੀਗਾ, ਪੈਨਸ਼ਨਾਂ ਬੰਦ ਕਰਤੀਆਂ, ਚੰਗਾ ਕੰਮ ਸੀਗਾ। ਵਿਰੋਧੀ ਧਿਰ ਨੂੰ ਮਤਲਬ ਬਿਲਕੁਲ ਇੱਕ ਵਾਰੀ ਕਿਹਾ ਨਹੀਂ ਜਾਂਦਾ, ਕੋਈ ਚੰਗਾ ਕਹਿਣਾ। ਮੈਂ ਕਹਿ ਰਿਹਾ ਪੈਨਸ਼ਨਾਂ ਬੰਦ ਕੀਤੀਆਂ। ਅੱਛਾ, ਪੈਨਸ਼ਨਾਂ ਠੀਕ ਹੈ, ਮੈਂ ਪੈਨਸ਼ਨਾਂ ਬੰਦ ਕੀਤੀਆਂ, ਚੰਗਾ ਕੰਮ ਕੀਤਾ। ਐਂਡ ਹੋਰ ਮੈਨੂੰ ਲੱਗ ਨਹੀਂ ਰਿਹਾ ਕੋਈ। ਚਲੋ ਅਸੀਂ ਵੀ ਕੋਈ ਸ਼ਰਾਰੀ ਹਜੇ ਜੇ ਕਰਪਸ਼ਨ ਵਾਲੀ ਨੱਥ ਦੀ ਮੈਂ ਕਹਿੰਦਾ ਕੋਈ ਚੰਗਾ ਕੰਮ ਕੀਤਾ ਤੇ ਸ਼ਰਾਰੀ ਸਟਿਲ देयर। ਉਹ ਵੀ ਐਡਵਰਟਾਈਜ਼ਮੈਂਟ ਸੀ। ਤੁਹਾਡੇ ਵੀ ਬੜੇ ਬੰਦੇ ਫੜੇ ਜਾ ਰਹੇ ਨੇ। ਸਾਡੇ ਬੰਦੇ ਤਾਂ ਤੁਹਾਡੇ ਲਈ ਤਾਂ ਚੰਗਾ ਕਰ ਰਹੇ ਨੇ, ਸਫਾਈ ਕਰ ਰਹੇ ਨੇ। ਨਿਮਰਤ, ਅਸੀਂ ਇਹ ਕਹਿ ਰਹੇ ਕਿ ਸਾਡੇ ਜਦੋਂ ਬੰਦੇ ਚੋਰ ਸਾਬਿਤ ਹੋ ਜਾਣਗੇ, ਜਦੋਂ ਕਾਨੂੰਨ ਉਹਨਾਂ ਨੂੰ ਚੋਰ ਸਾਬਿਤ ਕਰ ਦੇਗਾ, ਤਦ ਦੇਖਾਂਗੇ। ਫਿਰ ਉਹ ਵੀ ਐਡਵਰਟਾਈਜ਼ਮੈਂਟ, ਤੁਸੀਂ ਆਪਦੇ ਪਹਿਲੇ ਮੰਤਰੀ ਫੜ ਕੇ ਐਡਵਰਟਾਈਜ਼ ਕੀਤਾ, ਦੂਜੇ ਮੰਤਰੀ ਵੇਲੇ ਤੁਸੀਂ ਚੁੱਪ ਕਰ ਗਏ ਹੋ। ਅਗੇਨ ਇਟਸ ਐਡਵਰਟਾਈਜ਼ਮੈਂਟ। ਚਲੋ ਅਸੀਂ ਚੰਗੇ ਨੋਟ ਤੇ ਐਂਡ ਕਰ ਦਿੰਦੇ ਹਾਂ। ਇਟਸ ਵੈਰੀ ਨਾਈਸ ਟੂ ਸੀ ਯੂ ਇਨ ਪਗੜੀ। ਅਸੀਂ ਚੰਗੇ ਨੋਟ ਤੇ ਐਂਡ ਕਰਦੇ ਹਾਂ। ਪਰ ਤੁਸੀਂ ਭਾਰਤ ਜੋੜੋ ਯਾਤਰਾ ਦੇ ਵਿੱਚ ਜ਼ਰੂਰ ਸ਼ਾਮਲ ਹੋਣਾ। ਮੈਂ ਤੁਹਾਨੂੰ ਇੱਕ ਸੱਦਾ ਪੱਤਰ ਵੀ ਦੇਣਾ ਹੈ ਨਾਲ ਇੰਟਰਵਿਊ ਦੇ, ਮੇਰੀ ਬੇਨਤੀ ਹੈ। ਸੋ ਜੇ ਲੋਕ ਕਹਿਣਗੇ ਤਾਂ ਮੈਂ ਜ਼ਰੂਰ ਜਾਵਾਂਗੀ। ਨਹੀਂ, ਲੋਕ ਵੀ ਕਹਿਣਗੇ। ਇਟਸ ਤੁਹਾਨੂੰ ਜਾਣਾ ਚਾਹੀਦਾ ਔਰ ਵੇਖਣਾ ਚਾਹੀਦਾ। ਇਟਸ ਨਾਟ ਅਬਾਊਟ ਕਿ ਤੁਸੀਂ ਚਲੇ ਜਾਓਗੇ ਤਾਂ ਦੈਟ ਮੀਨਸ ਤੁਸੀਂ ਕਾਂਗਰਸ ਦੇ ਹੋ ਜਾਓਗੇ। ਨਹੀਂ, ਇਟਸ ਅ ਯਾਤਰਾ। ਜੇ ਮੈਨੂੰ ਮੌਕਾ ਮਿਲਿਆ ਰਾਹੁਲ ਗਾਂਧੀ ਨਾਲ ਗੱਲਬਾਤ ਕਰਨ ਦਾ, ਇੰਟਰਵਿਊ ਕਰਨ ਦਾ, ਮੈਂ ਜ਼ਰੂਰ। ਪਰ ਮੇਰੀ ਇਹ ਰਿਕੁਐਸਟ ਹੈ, ਅਸੀਂ ਕੋਸ਼ਿਸ਼ ਕਰਾਂਗੇ ਤੁਸੀਂ ਗੱਲਬਾਤ ਵੀ ਕਰੋ ਐਂਡ ਪਲੀਜ਼ ਜ਼ਰੂਰ ਉਸ ਯਾਤਰਾ ਦੇ ਵਿੱਚ, ਬਿਕੋਜ਼ ਇਸ ਸੰਵਿਧਾਨ ਬਚਾਓ ਯਾਤਰਾ, ਇਹ ਦੇਸ਼ ਦਾ ਤਿਰੰਗਾ ਲੈ ਕੇ ਯਾਤਰਾ, ਇਟਸ ਨਾਟ ਅ ਪੰਜਾ ਲੈ ਕੇ ਯਾਤਰਾ। ਸੋ ਮੇਰੀ ਇਹ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਯੂ ਮਸਟ ਕਮ ਇਨ ਦੈਟ ਯਾਤਰਾ ਸੋ ਦੈਟ ਸੀ ਕਿ ਵਾਟ ਇਜ਼ ਹੈਪਨਿੰਗ, ਕਿੱਦਾਂ ਲੋਕਾਂ ਦੀਆਂ ਭਾਵਨਾ ਹੈ, ਕਿੱਦਾਂ ਸੁਬਾਹ ਉੱਠਿਆ ਜਾਂਦਾ ਹੈ, ਕਿੱਦਾਂ ਸੁਬਾਹ ਯਾਤਰਾ ਸਟਾਰਟ ਹੁੰਦੀ ਹੈ, ਕਿੱਦਾਂ ਸੁਬਾਹ ਰਾਸ਼ਟਰਗਾਨ ਹੁੰਦਾ ਹੈ, ਉਹ ਸਾਰੀਆਂ ਚੀਜ਼ਾਂ। ਸੋ ਲੈਟਸ ਸੀ ਪੰਜਾਬ ਦੇ ਕਿੰਨੇ ਕਾਂਗਰਸੀ ਸਵੇਰੇ 5 ਵਜੇ ਪਹੁੰਚਦੇ ਹੈਗੇ, ਉਹ ਵੀ ਦੇਖਣ ਵਾਲੀ ਗੱਲ ਹੋਏਗੀ। ਸੋ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ। ਵੈਰੀ ਇੰਟਰਸਟਿੰਗ ਕਨਵਰਸੇਸ਼ਨ ਐਂਡ ਉਮੀਦ ਕਰਦੇ ਹਾਂ ਅਗਲੀ ਕਨਵਰਸੇਸ਼ਨ ਵੀ ਇਸੇ ਤਰ੍ਹਾਂ ਦੀ ਸੋਹਣੀ ਦਸਤਾਰ ਵਿੱਚ ਹੋਵੇ। 100% ਨਿਮਰਤ ਜੀ, ਥੈਂਕ ਯੂ।